एक ओंकार सतनाम करता पुरख निर्भौ निर्वैर अकाल मूरत अजूनी सैभं गुर प्रसाद। असीं खते बहुत कमावंदे अंत ना पारावार। हर किरपा करके बख्श लियो हों पापी बड़ गुनाहगार। सतनाम श्री वाहिगुरु साहिब जीओ। श्री राग महला पंजवा। घड़ी मोहत का पाहुणा काज सवारणहार। माया काम व्यापया समझ है नाहीं गावार। उठ चलिया पछुताया परया वस जंदार। श्री राग महला पंजवा। घड़ी मोहत का पाहुणा काज सवारणहार। माया काम व्यापया समझै नाहीं गावार। उठ चलिया पछुताया परया वस जंदार। अंधे तू बैठा कंधी पाहें जे होवी पूरब लिखिया तां गुर का बचन कमाहें रहाओ। हरि नाहीं नह डुंडरी पक्की वड्डणहार। लै लै दात पहुतियां लावे कर तैयार। जां होआ हुक्म किरसान दा तां लुण मिणिया खेतार। पहला पहर धंधै गया दूजै भर सोया। तीजै झाक चखाया चौथै भोर पिया। कद ही चित न आयो जिन जियो पिंड दिया। साध संगत को वारिया जियो किया कुर्बान। जिस ते सोझी मन पई मिलिया पुरख सुजान। नानक डिठा सदा नाल हर अंतर जामी जान। वाहिगुरु जी का खालसा वाहिगुरु जी की फतेह। जुगो जुग अटल। हाजरा हजूर साहिब धन धन श्री गुरु ग्रंथ साहिब महाराज जी दी कोटान कोटान किरपा रहमत ते बख्शिश दे नाल। जिवें आप जी नूं पता ही है हर रोज़ ही इंडिया के टाइम के मुताबिक सवेरे 8 बजे ग्लोबल गुरबाणी विचार व्हाट्सएप ग्रुप के राहीं फेसबुक लाइव आडियो के माध्यम के राहीं धन साहिब श्री गुरु ग्रंथ साहिब जी की जो पावन गुरु शब्द विचार लैके आप जी के सन्मुख हाज़र होने आ। भाई साहब भाई गुरदास जी दियाँ वारां दी विचार भी कीती जाती है।
ਸੋ ਅੱਜ ਦਾ ਸ਼ਬਦ ਜਿਹੜਾ ਹੁਣੇ ਆਪ ਜੀ ਨੇ ਸਰਵਣ ਕੀਤਾ ਹੈ, ਸ਼੍ਰੀ ਰਾਗ ਦਾ 74 ਨੰਬਰ ਸ਼ਬਦ ਆ, 74 ਨੰਬਰ ਸ਼ਬਦ, ਤੇ ਸਾਹਿਬ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਪਾਵਨ ਰਸਨਾ ਤੋਂ, ਪਾਵਨ ਮੁਖਾਰਬਿੰਦ ਤੋਂ ਉਚਾਰਨ ਹੋਇਆ ਹੈ। ਸ਼ਬਦ ਦੇ 4 ਬੰਦ ਨੇ, ਇੱਕ ਬੰਦ ਰਹਾਉ ਦਾ ਹੈ। ਸਤਿਗੁਰੂ ਗੁਰਦੇਵ ਜੀ ਮਹਾਰਾਜ ਜੀ ਬਖਸ਼ਿਸ਼ ਅੱਜ ਦੇ ਪਾਵਨ ਸ਼ਬਦ ਵਿੱਚ ਕਰ ਰਹੇ ਨੇ। ਆਓ ਰਹਾਉ ਦੀਆਂ ਪੰਕਤੀਆਂ ਤੋਂ ਸਮਝਣ ਦੀ ਕੋਸ਼ਿਸ਼ ਕਰੀਏ। ਸਤਿਗੁਰੂ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਕੀ ਸਾਨੂੰ ਅੱਜ ਦੇ ਉਪਦੇਸ਼ਾਂ ਦੇ ਵਿੱਚ ਸਮਝਾਉਂਦੇ ਨੇ। ਰਹਾਉ ਦਾ ਬੰਦ ਆ ਪਾਵਨ ਸ਼ਬਦ ਦਾ। ਅੰਧੀ ਅੰਧੇ ਤੂੰ ਬੈਠਾ ਕੰਧੀ ਪਾਹੇ, ਅੰਧੇ ਤੂੰ ਬੈਠਾ ਕੰਧੀ ਪਾਹੇ, ਜੇ ਹੋਵੀ ਪੂਰਬ ਲਿਖਿਆ ਤਾਂ ਗੁਰ ਕਾ ਬਚਨ ਕਮਾਹੇ। ਰਹਾਉ ਅੰਧੇ ਦਾ ਅਰਥ ਆਮ ਕਰਕੇ ਜਿਹੜਾ ਅਸੀਂ ਇਹ ਲੈਂਦੇ ਆ ਕਿ ਜਿਸ ਮਨੁੱਖ ਦੀਆਂ ਅੱਖਾਂ ਨਹੀਂ ਗੀਆਂ ਆਪਾਂ ਉਹਨੂੰ ਅੰਨਾ ਕਹਿੰਦੇ ਆ, ਪਰ ਦਰਅਸਲ ਗੁਰਬਾਣੀ ਦੇ ਵਿੱਚ ਅੰਨਾ ਕਿਹਨੂੰ ਕਿਹਾ ਗਿਆ ਹੈ? ਜਿਹਦੀਆਂ ਅੱਖਾਂ ਹੋਣ ਦੇ ਬਾਵਜੂਦ ਵੀ ਉਹ ਆਪਣੀਆਂ ਅੱਖਾਂ ਤੋਂ ਸਹੀ ਕੰਮ ਨਾ ਲਵੇ, ਜਿਹਦੇ ਕੋਲ ਅੱਖਾਂ ਹਨ ਪਰ ਉਹਦੀਆਂ ਅੱਖਾਂ ਦੇ ਉੱਪਰ ਵਿਕਾਰਾਂ ਦੀ ਪੱਟੀ ਬੱਝੀ ਹੈ, ਭਰਮ ਦੀ, ਭੁਲੇਖੇ ਦੀ, ਮੋਹ ਦੀ, ਕ੍ਰੋਧ ਦੀ, ਲੋਭ ਦੀ, ਜਿਹਨੇ ਆਪਣੀ ਅੱਖਾਂ ਤੇ ਪੱਟੀ ਬੰਨ੍ਹ ਕੇ ਰੱਖੀ ਹੋਈ ਹੈ। ਸਤਿਗੁਰੂ ਜੀ ਨੇ ਉਹਨੂੰ ਜਿਹੜੀ ਤੁਲਨਾ ਕੀਤੀ ਹੈ ਅੰਨੇ ਨਾਲ ਕੀਤੀ ਹੈ। ਸਤਿਗੁਰੂ ਕਹਿੰਦੇ ਮੈਂ ਉਹਨਾਂ ਨੂੰ ਅੰਨਾ ਨਹੀਂ ਮੰਨਦਾ ਜਿਨ੍ਹਾਂ ਦੀਆਂ ਅੱਖਾਂ ਕੁਦਰਤੀ ਤੌਰ ਤੇ ਨਹੀਂ ਗਈਆਂ। ਜੇ ਪ੍ਰੀਤਮ ਪ੍ਰਮਾਤਮਾ ਦੇ ਹੁਕਮ ਨਾਲ ਉਹਨਾਂ ਕੋਲ ਅੱਖਾਂ ਨਹੀਂ, ਪਰ ਪ੍ਰਮਾਤਮਾ ਨੇ ਉਹਨਾਂ ਨੂੰ ਐਸੀ ਸਮਝ ਦਿੱਤੀ ਹੈ, ਐਸੀ ਸੂਝ ਦਿੱਤੀ ਹੈ, ਉਹ ਬਿਨਾਂ ਅੱਖਾਂ ਨਾਲੋਂ ਵੀ ਕਈ ਸੁਜਾਖੇ ਜਿਹੜੇ ਅੱਖਾਂ ਵਾਲੇ ਨੇ ਉਹਨਾਂ ਤੋਂ ਵੱਧ ਕੇ ਕਰਮ ਕਰ ਜਾਂਦੇ ਨੇ ਚੰਗਾ। ਸਤਿਗੁਰੂ ਕਹਿੰਦੇ ਮੇਰੀ ਨਿਗਾਹ ਦੇ ਵਿੱਚ ਉਹ ਅੰਧੇ ਨੇ ਜਿਨ੍ਹਾਂ ਦੇ ਕੋਲ ਅੱਖਾਂ ਹੋਣ ਦੇ ਬਾਵਜੂਦ ਵੀ ਜੋ ਆਪਣੀਆਂ ਉਹਨਾਂ ਅੱਖਾਂ ਤੋਂ ਚੰਗਾ ਕਰਮ ਨਹੀਂ ਕਰ ਰਹੇ। ਅੱਖਾਂ ਹਨ, ਅੱਖਾਂ ਤੋਂ ਗੰਦਗੀ ਵੇਖ ਰਹੇ ਨੇ। ਅੱਖਾਂ ਹਨ, ਅੱਖਾਂ ਹੋਣ ਦੇ ਬਾਵਜੂਦ ਵੀ ਸੱਤ ਤੇ ਝੂਠ ਦੀ ਪਰਖ ਨਹੀਂ ਉਹਨਾਂ ਨੂੰ ਸਮਝ ਆ ਰਹੀ। ਸਤਿਗੁਰੂ ਕਹਿੰਦੇ ਐਸੇ ਮਨੁੱਖ ਵਿਕਾਰਾਂ ਵਿੱਚ ਅੰਨੇ ਹੋਏ ਪਏ ਨੇ, ਉਹਨਾਂ ਦੇ ਨੇਤਰ ਕੰਮ ਨਹੀਂ ਕਰ ਰਹੇ, ਜਾਂ ਉਹ ਵੇਖਣਾ ਨਹੀਂ ਚਾਹੁੰਦੇ ਤੇ ਜਾਂ ਉਹ ਜਾਣ ਬੁੱਝ ਕੇ ਉਹਨਾਂ ਨੂੰ ਸਮਝ ਨਹੀਂ ਆ ਰਹੀ। ਇਸੇ ਕਰਕੇ ਸਤਿਗੁਰੂ ਗੁਰਦੇਵ ਜੀ ਮਹਾਰਾਜ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਕਹਿੰਦੇ ਉਹਨਾਂ ਨੂੰ ਅੰਨੇ ਨਹੀਂ ਕਿਹਾ ਜਾ ਸਕਦਾ ਜਿਨ੍ਹਾਂ ਦੇ ਕੋਲ ਅੱਖਾਂ ਨਹੀਂ। ਅੰਨੇ ਉਹ ਨੇ ਜਿਨ੍ਹਾਂ ਦੇ ਕੋਲ ਅੱਖਾਂ ਹੋਣ ਦੇ ਬਾਵਜੂਦ ਵੀ ਜੋ ਸਹੀ ਕਰਮ ਨਹੀਂ ਕਰ ਰਹੇ। ਅੰਧੇ ਤੂੰ ਬੈਠਾ ਕੰਧੀ ਪਾਹੇ। ਕੰਧੀ ਦਾ ਅਰਥ ਹੁੰਦਾ ਨਦੀ ਦਾ ਕੰਢਾ, ਨਦੀ ਦਾ ਕਿਨਾਰਾ। ਪਾਹੇ ਦਾ ਅਰਥ ਆ ਪਾਸ। ਸਮੁੱਚੀ ਪੰਕਤੀ ਦੇ ਅਰਥ ਨੇ, ਹੇ ਮਾਇਆ ਦੇ ਮੋਹ ਦੇ ਵਿੱਚ ਅੰਨੇ ਹੋਏ ਜੀਵ, ਜਿਵੇਂ ਕੋਈ ਰੁੱਖ ਨਦੀ ਦੇ ਕੰਢੇ ਉੱਤੇ ਉੱਗਿਆ ਹੋਵੇ ਤੇ ਕਿਸੇ ਵੀ ਵੇਲੇ ਕੰਢੇ ਨੂੰ ਢਾਹ ਲੱਗੇ ਤੇ ਰੁੱਖ ਨਦੀ ਵਿੱਚ ਰੁੜ ਜਾਂਦਾ ਹੈ, ਤਿਵੇਂ ਤੂੰ ਵੀ ਮੌਤ ਰੂਪੀ ਨਦੀ ਦੇ ਕੰਢੇ ਉੱਤੇ ਬੈਠਾ ਹੋਇਆ ਹੈ। ਪਤਾ ਨਹੀਂ ਕਿਹੜੇ ਵੇਲੇ ਤੇਰੀ ਮੌਤ ਆ ਜਾਵੇ। ਸਤਿਗੁਰੂ ਜੀ ਨੇ ਇਹ ਚੇਤਾਵਨੀ ਦਿੱਤੀ ਹੈ, ਵਾਰਨਿੰਗ ਦਿੱਤੀ ਹੈ, ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਜਿਹੜੇ ਮਨੁੱਖ ਇਸ ਸੰਸਾਰ ਦੀ ਮਾਇਆ ਜਾਲ ਦੇ ਵਿੱਚ ਇਤਨੇ ਖੁੱਭੇ ਹੋਏ ਨੇ ਕਿ ਉਹਨਾਂ ਨੂੰ ਚਿੱਤ ਚੇਤਾ ਹੀ ਨਹੀਂ ਕਿ ਸੱਚ ਕੀ ਹੈ। ਸਤਿਗੁਰੂ ਜੀ ਨੇ ਇਸ ਸ਼ਬਦ ਨਾਲ ਉਹਨਾਂ ਦੀਆਂ ਅੱਖਾਂ ਖੋਲ੍ਹਣ ਦੀ ਕੋਸ਼ਿਸ਼ ਕੀਤੀ ਹੈ। ਜਿਵੇਂ ਕੱਲ੍ਹ ਦਾ ਸ਼ਬਦ ਆਪਾਂ ਸਰਵਣ ਕੀਤਾ ਸੀ, ਉਹਦੇ ਵਿੱਚ ਸਾਹਿਬ ਜੀ ਨੇ ਇਹ ਸਮਝਾਇਆ ਸੀ, ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਕੋ ਫੱਕੜੇ ਸਭ ਮੁੱਕਦੀ ਚੱਲੀ ਰਹਿਣ। ਕਿ ਹੇ ਮਨੁੱਖ, ਤੂੰ ਇਸ ਸੰਸਾਰ ਦੇ ਵਿੱਚ ਸੱਚ ਰੂਪੀ ਸੌਦੇ ਨੂੰ ਇਕੱਠਾ ਕਰਨ ਆਇਆ ਹੈ, ਚੰਗੇ ਕਰਮ ਕਰਨ ਆਇਆ ਹੈ, ਇਨਸਾਨੀਅਤ ਵਾਲਾ ਜੀਵਨ ਜਿਉਣ ਆਇਆ ਹੈ, ਪਰ ਤੂੰ ਆ ਕਿਹੜੇ ਜਾਨਵਰਾਂ ਵਾਲੇ ਕੰਮ ਕਰਨ ਲੱਗ ਪਿਆ। ਅੱਜ ਉਸੇ ਹੀ ਲੜੀ ਨੂੰ ਅੱਗੇ ਤੋੜਦੇ ਨੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ। ਕਹਿੰਦੇ ਅੰਧੇ ਤੂੰ ਬੈਠਾ ਕੰਧੀ ਪਾਹੇ,
ਇਹ ਵਿਕਾਰਾਂ ਦੇ ਵਿੱਚ, ਮਾਇਆ ਦੇ ਮੋਹ ਦੇ ਵਿੱਚ ਅੰਨੇ ਹੋਏ ਮਨੁੱਖ, ਤੂੰ ਇਸ ਮੌਤ ਰੂਪੀ ਨਦੀ ਦੇ ਕੰਢੇ ਦੇ ਉੱਪਰ ਇੱਕ ਰੁੱਖ ਦੇ ਵਾਂਗੂ ਬੈਠਾ ਹੈ। ਬਾਬਾ ਫਰੀਦ ਜੀ ਨੇ ਇੱਕ ਸ਼ਬਦ ਕਿਹਾ, ਕਹਿੰਦੇ ਫਰੀਦਾ ਦਰਿਆਵੇ ਕੰਨੇ ਬਗਲਾ ਬੈਠਾ ਕੇਲ ਕਰੇ, ਕੇਲ ਕਰਿੰਦਿਆਂ ਹੰਝ ਨੂੰ ਅਚਿੰਤੇ ਬਾਜ ਪਏ, ਬਾਜ ਪਏ ਤਿਸ ਰੱਬ ਦੇ ਕੇਲਾਂ ਵਿਸਰੀਆਂ। ਕਹਿੰਦੇ ਇੱਕ ਜਿਹੜਾ ਮਨੁੱਖ ਇਸ ਸੰਸਾਰ ਦੇ ਕੰਢੇ ਉੱਪਰ ਬੈਠਾ, ਜਿਹੜਾ ਕਲੋਲ ਕਰ ਰਿਹਾ ਸੀ, ਉਦਾਹਰਨ ਦਿੱਤੀ ਹੈ ਬਗਲੇ ਦੀ। ਕਹਿੰਦੇ ਬਗਲਾ ਕਲੋਲ ਕਰਦਾ ਪਿਆ ਸੀ ਨਦੀ ਦੇ ਕੰਢੇ ਤੇ ਬੈਠਾ, ਅਚਨਚੇਤ ਬਾਜ ਆ ਪਏ ਤੇ ਉਸ ਬਗਲੇ ਨੂੰ ਲੈ ਕੇ ਉੱਡ ਗਏ। ਇਵੇਂ ਹੀ ਹੈ ਮਨੁੱਖ, ਤੂੰ ਇਸ ਸੰਸਾਰ ਰੂਪੀ ਨਦੀ ਦੇ ਕੰਢੇ ਤੇ ਬੈਠਾ ਹੋਇਆ ਹੈ। ਤੂੰ ਉਸ ਰੁੱਖ ਵਰਗਾ ਹੈ, ਪਤਾ ਨਹੀਂ ਕਦੋਂ ਆਵੇ ਇੱਕ ਲਹਿਰ ਜ਼ੋਰ ਦੀ ਤੇ ਉਹ ਉਸ ਰੁੱਖ ਨੂੰ ਬਹਾ ਕੇ ਲੈ ਜਾਵੇ। ਇਹ ਸਮਝ ਜਾ, ਇਹ ਅਗਿਆਨੀ ਮਨੁੱਖ ਆਪਣੀਆਂ ਅੱਖਾਂ ਖੋਲ, ਆਪਣੀ ਜ਼ਿੰਦਗੀ ਰੂਪੀ ਇਸ ਸਮੇਂ ਨੂੰ ਸਮਝ। ਕਿਉਂ ਆਪਣੀ ਜ਼ਿੰਦਗੀ ਰੂਪੀ ਰਾਤ ਨੂੰ ਮਾਇਆ ਦੀ ਕੁੱਪ ਅੰਧੇਰ ਦੇ ਵਿੱਚ ਬਤੀਤ ਕਰ ਰਹੇ ਹੈ? ਇਸੇ ਕਰਕੇ ਸਤਿਗੁਰੂ ਜੀ ਨੇ ਬਾਰ-ਬਾਰ ਜਗਾਉਣ ਦੀ ਕੋਸ਼ਿਸ਼ ਕੀਤੀ ਹੈ। ਜਾਗੋ ਜਾਗੋ ਸੁੱਤਿਓ ਚੱਲਿਆ ਵਣਜਾਰਾ, ਵਿਕਾਰਾਂ ਦੀ ਮੋਹ ਦੀ ਨੀਂਦ ਵਿੱਚ ਸੁੱਤੇ ਹੋਏ ਲੋਗੋ ਜਾਗੋ, ਤੁਹਾਡੇ ਸਾਹਮਣੇ ਸਭ ਕੁਝ ਤੁਰਦਾ ਜਾ ਰਿਹਾ, ਤੁਸੀਂ ਵੀ ਤੁਰ ਜਾਣਾ। ਇਸੇ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਚੇਤਾਵਨੀ ਦਿੰਦੇ, ਬੀਤ ਜੈ ਹੈ ਬੀਤ ਜੈ ਹੈ ਜਨਮ ਆਕਾਜ ਰੇ। ਹੇ ਮਨੁੱਖ, ਤੇਰੀ ਜ਼ਿੰਦਗੀ ਦਾ ਕਰਮ ਖਤਮ ਹੁੰਦਾ ਜਾ ਰਿਹਾ ਹੈ, ਸਮਾਂ ਬੀਤਦਾ ਜਾ ਰਿਹਾ ਹੈ, ਹਜੇ ਵੀ ਸੰਭਲ ਜਾ, ਮੌਕਾ ਹੈ, ਸੰਭਲ ਜਾ। ਆਪਣੀਆਂ ਅੱਖਾਂ ਤੋਂ ਮਾਇਆ ਦੀ ਪੱਟੀ ਖੋਲ ਕੇ ਸੱਚ ਦਾ ਕਰਮ ਕਰਨਾ ਸ਼ੁਰੂ ਕਰ ਦੇ। ਅੰਧੇ ਤੂੰ ਬੈਠਾ ਕੰਦੀ ਪਾਹੇ, ਮਾਇਆ ਦੇ ਮੋਹ ਵਿੱਚ ਅੰਨੇ ਹੋਏ ਜੀਵ, ਤੂੰ ਜਿਵੇਂ ਇੱਕ ਰੁੱਖ ਨਦੀ ਦੇ ਕੰਢੇ ਉੱਤੇ ਹੋਵੇ ਤੇ ਕਦੋਂ ਆਵੇ ਤੂਫਾਨ ਤੇ ਉਹ ਰੁੱਖ ਰੁੜ ਕੇ ਚਲੇ ਜਾਂਦਾ ਹੈ, ਇਵੇਂ ਤੂੰ ਮੌਤ ਰੂਪੀ ਨਦੀ ਦੇ ਕੰਢੇ ਉੱਤੇ ਬੈਠਾ ਹੋਇਆ ਹੈ। ਪਤਾ ਨਹੀਂ ਕਿਹੜੇ ਵੇਲੇ ਪਰਮਾਤਮਾ ਦੇ ਘਰ ਤੋਂ ਸੁਨੇਹਾ ਆ ਜਾਵੇ, ਤੂੰ ਜਿੱਥੇ ਆਣਾ ਉੱਥੇ ਉਵੇਂ ਦਾ ਉਵੇਂ ਹੀ ਰਹਿ ਜਾਣਾ ਹੈ। ਆ ਬੜੀਆਂ ਤੁਸੀਂ ਅੱਜ ਫੇਸਬੁੱਕ ਦੇ ਉੱਪਰ ਵੀਡੀਓ ਹਾਈਲਾਈਟਸ ਹੁੰਦੀਆਂ ਨੇ, ਤੁਸੀਂ ਦੇਖਦੇ ਹੋਵੋਗੇ ਕਿ ਇੱਕ ਮਨੁੱਖ ਚੰਗਾ ਭਲਾ ਖਲੋਤਾ ਹੈ, ਖਲੋਤਿਆਂ ਖਲੋਤਿਆਂ ਪ੍ਰਮਾਤਮਾ ਦਾ ਹੁਕਮ ਬਣਿਆ ਕਿ ਉਹ ਧਰਤੀ ਤੇ ਡਿੱਗ ਪਿਆ। ਇੱਕ ਮਨੁੱਖ ਆਫਿਸ ਦੇ ਵਿੱਚ ਕੰਮ ਕਰ ਰਿਹਾ ਹੈ, ਕੁਰਸੀ ਤੇ ਬੈਠਾ ਹੈ, 1 ਸੈਕਿੰਡ ਪਹਿਲਾਂ ਉਹਨੂੰ ਕੁਝ ਨਹੀਂ ਪਤਾ, 1 ਸੈਕਿੰਡ ਬਾਅਦ ਉਸ ਮਨੁੱਖ ਦੀ ਮੌਤ ਹੋ ਜਾਂਦੀ ਹੈ, ਵੇਂਦਿਆਂ ਵੇਂਦਿਆਂ ਅੱਖਾਂ ਦੇ ਸਾਹਮਣੇ। ਇਹ ਜ਼ਿੰਦਗੀ ਇੰਨੀ ਕੀ ਹੈ? ਹੁਣ ਜੀਵਨ ਤੋਂ ਲੈ ਕੇ ਮਰਨ ਤੱਕ ਦਾ ਜਿਹੜਾ ਵਿਚਕਾਰਲਾ ਸਮਾਂ ਹੈ ਨਾ, ਉਹ ਬੜਾ ਮਨੁੱਖ ਦਾ ਨਿਰਭਰ ਕਰਦਾ ਹੈ ਕਿ ਉਹ ਕਿਹੋ ਜਿਹੇ ਕੰਮ ਕਰ ਰਿਹਾ ਹੈ। ਜੇ ਉਹ ਉਸ ਕੰਮ ਦੇ ਵਿੱਚ, ਉਸ ਸਮੇਂ ਦੇ ਵਿੱਚ ਸੱਚ ਨੂੰ ਵੀ ਹਾਜ਼ਰ ਹੈ, ਬੇਸ਼ੱਕ ਉਹਦਾ ਇੱਕਦਮ, ਮੈਂ ਇੱਕ ਬੇਨਤੀ ਕਰਾਂ, ਜ਼ਿੰਦਗੀ 100 ਸਾਲ ਦੀ ਵੀ ਭਾਵੇਂ ਮਨੁੱਖ ਜੀ ਲਵੇ, ਉਹ ਕਿਸੇ ਕੰਮ ਦੀ ਨਹੀਂ ਜਿਹਨੇ ਮੁਰਦਿਆਂ ਵਰਗਾ ਜੀਵਨ ਜੀਵੇ। ਜੇ ਉਹ ਜਿਉਂਦੀ ਹੋਈ ਲਾਸ਼ ਵਾਂਗੂ ਘੁੰਮਦਾ ਰਿਹਾ ਹੈ, ਜਿਹਦਾ ਜ਼ਮੀਰ ਮਰਿਆ ਰਿਹਾ ਹੈ, ਜੋ ਆਤਮਿਕ ਤੌਰ ਤੇ ਮਰਿਆ ਰਿਹਾ ਹੈ, ਐਸੇ ਮਨੁੱਖ ਦੀ 100 ਸਾਲ ਦੀ ਜ਼ਿੰਦਗੀ ਦੇ ਵੀ ਕੋਈ ਮਾਇਨੇ ਨਹੀਂ। ਇੱਕ ਮਨੁੱਖ ਨੇ ਜ਼ਿੰਦਗੀ ਕੇਵਲ ਕੁਝ ਦਿਨਾਂ ਦੀ ਜੀਵੀ ਹੋਵੇ, ਕੁਝ ਸਾਲਾਂ ਦੀ ਜੀਵੀ ਹੋਵੇ, ਪਰ ਉਹ ਆਪਣੇ ਉਸ ਇੱਕ ਜ਼ਿੰਦਗੀ ਦੇ ਵਿੱਚ, ਇੱਕ ਦਿਨ ਦੀ ਉਸ ਜ਼ਿੰਦਗੀ ਦੇ ਵਿੱਚ ਕੋਈ ਮਹੱਤਵਪੂਰਨ ਕਾਰ ਕਰ ਜਾਵੇ, ਕਿਸੇ ਦੀ ਸਹਾਇਤਾ ਕਰ ਜਾਵੇ, ਦੂਸਰੇ ਵਾਸਤੇ ਮਿਟ ਜਾਵੇ, ਕੁਰਬਾਨੀ ਕਰ ਜਾਵੇ, ਸਮਰਪਿਤ ਹੋ ਜਾਵੇ। ਐਸੇ ਮਨੁੱਖ ਦੀ ਜ਼ਿੰਦਗੀ ਭਾਵੇਂ ਥੋੜ੍ਹੀ ਹੋਵੇਗੀ, ਪਰ ਉਹ ਰਹਿੰਦੀ ਦੁਨੀਆ ਤੱਕ ਯਾਦ ਰੱਖਿਆ ਜਾਵੇਗਾ, ਰਹਿੰਦੀ ਦੁਨੀਆ ਤੱਕ ਉਹਨੂੰ ਚੇਤੇ ਕੀਤਾ ਜਾਵੇਗਾ। ਸਤਿਗੁਰੂ ਕਹਿੰਦੇ ਹੁਣ ਮੌਕਾ ਤੇਰੇ ਕੋਲ ਹੈ, ਤੂੰ ਕਿਹੋ ਜਿਹਾ ਜੀਵਨ ਜਿਉਣਾ ਹੈ। ਜੇ ਹੋਵੀ ਪੂਰਬ ਲਿਖਿਆ ਤਾਂ ਗੁਰ ਕਾ ਬਚਨ ਕਮਾਹੇ। ਸਾਹਿਬ ਕਹਿੰਦੇ ਜੇ ਤੂੰ ਇਹ ਜਾਣਦਾ ਨਾ ਕਿ ਤੇਰੇ ਅੱਜ ਦੇ ਕੀਤੇ ਹੋਏ ਕੰਮਾਂ ਦਾ ਤੈਨੂੰ ਰਿਜ਼ਲਟ ਭੋਗਣਾ ਪਏਗਾ, ਜੇ ਇਸ ਗੱਲ ਦੀ ਤੈਨੂੰ ਸਮਝ ਹੈ, ਜੇ ਇਹ ਗੱਲ ਤੂੰ ਜਾਣ ਗਿਆ ਹੈ, ਪੂਰਬ ਲਿਖਿਆ ਦਾ ਅਰਥ ਆ ਅੱਜ। ਅੱਜ ਜੋ ਅਸੀਂ ਕਰਮ ਕਰ ਰਹੇ ਹਾਂ, ਆਪਣੇ ਸੁਭਾਅ ਦੇ ਪਿੱਛੇ ਲੱਗ ਕੇ, ਆਪਣੇ ਮਨ ਦੇ ਪਿੱਛੇ ਲੱਗ ਕੇ, ਆਪਣੇ ਇਸ ਮਾਇਕ ਮੋਹ ਪਦਾਰਥਾਂ ਦੇ ਪਿੱਛੇ ਲੱਗ ਕੇ, ਜੋ ਅੱਜ ਕੀਤਾ ਜਾ ਰਿਹਾ ਹੈ, ਜਿਹਨੂੰ ਅਸੀਂ ਪ੍ਰੈਜ਼ੈਂਟ ਕਹਿੰਦੇ ਹਾਂ, ਜੋ ਅੱਜ ਬੀਜ ਰਹੇ ਹਾਂ, ਜੋ ਕਰਮ ਅੱਜ ਕਰ ਰਹੇ ਹਾਂ, ਚੇਤਾ ਰੱਖਿਓ ਕਿ ਜ਼ਰੂਰ ਇੱਕ ਨਾ ਇੱਕ ਦਿਨ ਇਹ ਵੱਢਣਾ ਪੈਣਾ ਹੈ। ਇਸੇ ਕਰਕੇ ਇੱਥੇ ਹੀ ਹੈ ਸਵਰਗ ਤੇ ਇੱਥੇ ਹੀ ਹੈ ਨਰਕ। ਜਿਹੜਾ ਮਨੁੱਖ ਇੱਥੇ ਕਰਦਾ ਹੈ ਚੰਗੇ ਕਾਰਜ, ਚੰਗੇ ਕੰਮ ਕਰਦਾ ਹੈ, ਉਹਦਾ ਜੀਵਨ ਬੜਾ ਸੰਤੋਖੀ, ਬੜਾ ਨਿਮਰਤਾ ਭਰਪੂਰ ਬਣਨ ਲੱਗ ਪੈਂਦਾ ਹੈ।
ਤੇ ਜਿਸ ਮਨੁੱਖ ਨੇ ਇੱਥੇ ਅੱਜ ਤੱਕ ਬੀਜੇ ਹੀ ਕੁਕਰਮ ਨੇ, ਅੱਜ ਦੇ ਕੀਤੇ ਹੋਏ ਕਰਮ ਹੀ ਕੀਤੇ ਨੇ ਮਾੜੇ, ਆਪਣਾ ਸੁਭਾਅ ਆਪਣਾ ਮਾਇਆ ਦੇ ਪਿੱਛੇ ਲੱਗ ਕੇ ਉਸ ਨੇ ਨਿਤ ਵਿਕਾਰ ਕਮਾਏ ਨੇ, ਭੁੱਲ ਜਾਵੇ ਕਿ ਉਹਦੀ ਕੱਲ੍ਹ ਦੀ ਜ਼ਿੰਦਗੀ ਬੜੀ ਵਧੀਆ ਹੋਵੇਗੀ। ਇਸੇ ਕਰਕੇ ਸਾਹਿਬ ਕਹਿੰਦੇ ਸੁਚੇਤ ਹੋ, ਸਮਝਦਾਰ ਬਣ, ਸਿਆਣਾ ਬਣ। ਜੇ ਹੋਵੀਂ ਪੂਰਬ ਲਿਖਿਆ, ਪੂਰਬ ਦਾ ਅਰਥ ਹੈ ਮੁੱਢ ਤੋਂ। ਜਿੱਦਣ ਮੈਂ ਜਨਮ ਲਿਆ ਉਦਣ ਤੋਂ ਜੋ ਕੁਝ ਮੈਂ ਕਰਨ ਲੱਗਾ, ਜਿਵੇਂ ਜਿਵੇਂ ਮੈਨੂੰ ਹੋਸ਼ ਆਉਣ ਲੱਗੀ, ਸਮਝ ਆਉਣ ਲੱਗੀ, ਜਿਵੇਂ ਜਿਵੇਂ ਮੈਂ ਕਰਮ ਕਰਨ ਲੱਗਾ, ਉਹ ਮੁੱਢ ਆ, ਪੂਰਬ ਪਿਛਲਾ ਜਨਮ ਨਹੀਂ। ਆਮ ਕਰਕੇ ਇਹਦੇ ਅਰਥ ਅਸੀਂ ਸਿੱਧੇ ਕਰ ਲੈਂਦੇ ਹਾਂ ਪੂਰਬਲੇ ਜਨਮ ਦੇ। ਪੂਰਬਲੇ ਜਨਮ ਨਾਲ ਕੋਈ ਲੈਣਾ ਦੇਣਾ ਨਹੀਂ। ਅੱਜ ਜਿੱਦਣ ਮੇਰਾ ਜਨਮ ਹੋਇਆ ਉਸ ਦਿਨ ਤੋਂ ਜੋ ਮੈਂ ਲਿਖਣ ਲੱਗਾ, ਜੋ ਮੈਂ ਕੰਮ ਕਰਨ ਲੱਗਾ, ਉਹ ਕਰਮ ਜਿਹੜੇ ਮੁੱਢ ਤੋਂ ਸ਼ੁਰੂ ਕੀਤੇ ਨੇ, ਸਭ ਕਹਿੰਦੇ ਉਹਦਾ ਰਿਜ਼ਲਟ ਭੋਗਣਾ ਪਏਗਾ। ਇਸ ਕਰਕੇ ਸਮਝਦਾਰ ਬਣ, ਗੁਰੂ ਦੀ ਮੱਤ ਲੈ, ਗੁਰੂ ਦੀ ਸਮਝ ਲੈ। ਜੇ ਹੋਵੀਂ ਪੂਰਬ ਲਿਖਿਆ, ਜੇ ਮੁੱਢ ਤੋਂ ਜਿਹੜੇ ਕੀਤੇ ਹੋਏ ਕਰਮਾਂ ਦਾ ਜੇ ਰਿਜ਼ਲਟ ਮਿਲਣਾ ਹੈ ਤੇ ਐਸਾ ਲੇਖ ਲਿਖ, ਸ਼ੁਰੂ ਤੋਂ ਆਪਣੇ ਚੰਗੇ ਲੇਖ ਆਪਣੇ ਹੱਥੀਂ ਲਿਖਣੇ ਸ਼ੁਰੂ ਕਰ। ਕੀ ਕਰ? ਤਾਂ ਗੁਰ ਕਾ ਬਚਨ ਕਮਾਹੇ, ਗੁਰੂ ਦੇ ਬਚਨ ਕਮਾ, ਗੁਰੂ ਜੀ ਦੇ ਉਪਦੇਸ਼ ਕਮਾ, ਗੁਰੂ ਦੀ ਮੱਤ ਕਮਾ, ਤਾਂ ਕਿ ਗੁਰੂ ਜੀ ਦੇ ਬਚਨਾਂ ਤੇ ਚੱਲ ਕੇ ਤੂੰ ਚੰਗੇ ਕੰਮ ਲਿਖ ਸਕੇ। ਆਪਣੇ ਅੱਜ ਨੂੰ ਤੂੰ ਵਧੀਆ ਬਣਾ ਸਕੇ, ਅੱਜ ਨੂੰ ਤੂੰ ਚੰਗਾ ਕਰ ਸਕੇ, ਅੱਜ ਨੂੰ ਨਿਰਮਲ ਕਰ ਸਕੇ। ਕੱਲ ਤੇਰੇ ਦੀ ਚਿੰਤਾ ਕਰਨ ਦੀ ਲੋੜ ਨਹੀਂ, ਕੱਲ ਤੇਰਾ ਆਪਣੇ ਆਪ ਨਿਰਮਲ ਹੋਣ ਲੱਗ ਪਵੇਗਾ। ਜਿਸ ਨੇ ਪ੍ਰੈਜ਼ੈਂਟ ਸੰਭਾਲਿਆ ਨਾ, ਜਿਸ ਨੇ ਅੱਜ ਨੂੰ ਸੰਭਾਲ ਲਿਆ, ਉਹਦਾ ਕੱਲ ਆਪਣੇ ਆਪ ਵਧੀਆ ਹੈ। ਸਾਡਾ ਕੱਲ ਨਾਲ ਕੋਈ ਲੈਣਾ ਦੇਣਾ ਨਹੀਂ। ਸਤਿਗੁਰੂ ਕਹਿੰਦੇ ਆ ਸੰਭਾਲ ਕੇ ਰੱਖੋ ਆਪਣਾ ਕੱਲ, ਕਿ ਕੱਲ ਕੀ ਹੋਊਗਾ। ਜਿਸ ਸਿੱਖ ਨੇ ਗੁਰੂ ਦੀ ਮੱਤ ਅਪਣਾ ਲਈ, ਉਹਦਾ ਅੱਜ ਵੀ ਉਜਵਲਿਆ, ਕੱਲ ਵੀ ਉਜਵਲਿਆ, ਉਹਦਾ ਅੱਜ ਵੀ ਮੂੰਹ ਉਜਵਲਿਆ। ਉਹ ਕੀਤੀ ਛੁੱਟੀ ਨਾਲ ਜਿਨ ਕੈ ਉਹਨਾਂ ਦੀ, ਸਤਿਗੁਰੂ ਕਹਿੰਦੇ ਜਿੰਨੀ ਨਾਮ ਤੇ ਆਇਆ ਗਏ ਮਸ਼ੱਕਤ ਕਾਲ। ਜਿਨ੍ਹਾਂ ਨੇ ਅੱਜ ਗੁਰੂ ਦੇ ਹੁਕਮ, ਗੁਰੂ ਦੇ ਸਿਧਾਂਤ ਨੂੰ ਕਮਾਇਆ, ਅੱਜ ਜਿੰਨੀ ਨਾਮ ਤੇ ਆਇਆ ਗਏ ਮੁਸ਼ੱਕਤ ਕਾਲ, ਜਿਨ੍ਹਾਂ ਨੇ ਐਸੀ ਮਿਹਨਤ ਕੀਤੀ, ਸਖਤ ਕਮਾਈ ਕੀਤੀ, ਆਪਣੇ ਜੀਵਨ ਵਿੱਚ ਚੰਗੇ ਕੰਮ ਅਪਣਾਏ, ਮਾੜੇ ਕਰਮ ਬਾਹਰ ਕੱਢ ਦਿੱਤੇ। ਕਹਿੰਦੇ ਜਿੰਨੀ ਨਾਮ ਤੇ ਆਇਆ ਗਏ ਮੁਸ਼ੱਕਤ ਕਾਲ, ਨਾਨਕ ਤੇ ਮੁਖ ਉਜਲੇ। ਸਾਹਿਬ ਕਹਿੰਦੇ ਉਹਨੂੰ ਕੱਲ ਦੀ ਚਿੰਤਾ ਕਰਨ ਦੀ ਲੋੜ ਨਹੀਂ, ਉਹਨਾਂ ਦੇ ਆਪਣੇ ਆਪ ਮੁਖ ਉਜਵਲ ਨੇ, ਨਿਰਮਲ ਨੇ। ਕੀਤੀ ਛੁੱਟੀ ਨਾਲ ਉਹ ਜੀਵਨ ਮੁਕਤ ਹੋ ਗਏ ਨੇ, ਉਹਨਾਂ ਦੀ ਛੁੱਟੀ ਹੋ ਗਈ ਹੈ। ਭਾਵ ਉਹ ਪ੍ਰੀਤਮ ਪ੍ਰਮਾਤਮਾ ਦੇ ਚਰਨਾਂ ਵਿੱਚ ਅਭੇਦ ਹੋ ਜਾਣਗੇ। ਇਹ ਰਹਾਉ ਦੀਆਂ ਪੰਕਤੀਆਂ ਨੇ ਅੱਜ ਦੇ ਪਾਵਨ ਸ਼ਬਦ ਦੀਆਂ। ਦੁਬਾਰਾ ਇੱਕ ਵਾਰੀ ਦੁਹਰਾ ਦੇਵਾਂ, ਅੰਧੇ ਤੂੰ ਬੈਠਾ ਕੰਧੀ ਪਾਹੇ। ਸਾਹਿਬ ਕਹਿੰਦੇ ਹੈ ਵਿਕਾਰਾਂ ਦੇ ਵਿੱਚ ਅੰਨੇ ਹੋਏ ਮਨੁੱਖ, ਤੂੰ ਸੰਸਾਰ ਰੂਪੀ ਇਸ ਮੌਤ ਰੂਪੀ ਕੰਢੇ ਦੇ ਉੱਪਰ, ਇਸ ਮੌਤ ਰੂਪੀ ਨਦੀ ਦੇ ਕੰਢੇ ਦੇ ਉੱਪਰ ਇੱਕ ਰੁੱਖ ਦੇ ਵਾਂਗੂ ਆ। ਪਤਾ ਨਹੀਂ ਕਿੱਦਣ ਉਹ ਮੌਤ ਦਾ ਸੁਨੇਹਾ ਆ ਜਾਵੇ ਤੇ ਤੈਨੂੰ ਇਸ ਸੰਸਾਰ ਤੋਂ ਤੁਰਨਾ ਪੈ ਜਾਵੇ। ਜਿਵੇਂ ਇੱਕ ਨਦੀ ਦੇ ਉੱਤੇ ਪਿਆ ਹੋਇਆ, ਨਦੀ ਦੇ ਉੱਪਰ ਲੱਗਾ ਹੋਇਆ ਰੁੱਖ ਹੁੰਦਾ ਹੈ, ਨਦੀ ਦੇ ਵਿੱਚ ਤੂਫਾਨ ਆ ਜਾਵੇ, ਬਾੜ ਆ ਜਾਵੇ ਤੇ ਉਹਨੂੰ ਰੋੜ ਕੇ ਲੈ ਜਾਂਦਾ ਹੈ। ਇਵੇਂ ਤੇਰੀ ਜ਼ਿੰਦਗੀ ਹੈ। ਇਸ ਜੀਵਨ ਨੂੰ ਐਸਾ ਕਮਾ, ਐਸੀ ਜ਼ਿੰਦਗੀ ਸੱਚ ਦੀ ਜੀ, ਕਿਹੋ ਜੀ ਜੇ ਹੋਵੇ ਪੂਰਬ ਲਿਖਿਆ। ਜੇ ਤੈਨੂੰ ਇਹ ਪਤਾ ਲੱਗ ਚੁੱਕਿਆ ਹੈ, ਇਹ ਸਮਝ ਆ ਰਹੀ ਆ ਨਾ ਕਿ ਪੂਰਬ ਦਾ ਲਿਖਿਆ ਅੱਜ ਭੋਗਣਾ ਪਏਗਾ, ਫਿਰ ਅੱਜ ਚੰਗਾ ਲਿਖ, ਮੁੱਢ ਤੋਂ ਚੰਗੇ ਕੰਮ ਲਿਖਣੇ ਸ਼ੁਰੂ ਕਰ। ਚੰਗਾ ਜੀਵਨ ਜੀ, ਚੰਗੀ ਸੋਚ ਅਪਣਾ, ਚੰਗੇ ਵਿਚਾਰ ਆਪਣੇ ਅੰਦਰ ਪੈਦਾ ਕਰ, ਤਾਂ ਕਿ ਤੇਰੇ ਖਿਆਲ, ਤੇਰਾ ਸੁਭਾਅ, ਤੇਰਾ ਮਨ ਨਿਰਮਲ ਹੋਵੇ। ਉਹ ਕਿਵੇਂ ਹੋਵੇਗਾ? ਗੁਰੂ ਕਾ ਬਚਨ ਕਮਾਏ, ਜਦੋਂ ਤੂੰ ਗੁਰੂ ਜੀ ਦੇ ਬਚਨਾਂ ਨੂੰ ਫੋਲੋ ਕਰੇਗਾ। ਪਹਿਲਾ ਬੰਦ ਆ ਅੱਜ ਦੇ ਪਾਵਨ ਸ਼ਬਦ ਦਾ। ਸ਼੍ਰੀ ਰਾਗ ਮਹੱਲਾ ਪੰਜਵਾਂ। ਘੜੀ ਮਹੁਤ ਕਾ ਪਾਹੁਣਾ, ਕਾਜ ਸਵਾਰਨ ਹਾਰ। ਪਾਹੁਣਾ ਦਾ ਅਰਥ ਹੁੰਦਾ ਪ੍ਰਾਹੁਣਾ। ਜਿਵੇਂ ਕੋਈ ਸਾਡੇ ਘਰ ਮਹਿਮਾਨ ਆਉਂਦਾ, ਗੈਸਟ ਆਉਂਦਾ। ਸਾਹਿਬ ਕਹਿੰਦੇ ਤੂੰ ਇੱਕ ਸੈਕਿੰਡ ਦਾ, ਇੱਕ ਘੜੀ ਦਾ ਹੀ ਪ੍ਰਾਹੁਣਾ ਹੈ ਬਸ ਇਸ ਸੰਸਾਰ 'ਚ। ਹੁਣ ਉਹ ਘੜੀ ਉਮਰਾਂ 'ਚ ਲੰਘ ਜਾਵੇ, ਆਹ ਜਿਹੜਾ ਸਵਾਸ ਬਾਹਰ ਨਿਕਲਿਆ ਵਾ ਨਾ, ਇੱਕ ਸੈਕਿੰਡ ਦੀ ਖੇਡ ਆ, ਇੱਕ ਸੈਕਿੰਡ ਦੀ। ਜਿਹੜਾ ਇਹ ਸਵਾਸ ਬਾਹਰ ਨਿਕਲਿਆ ਨਾ, ਜੇ ਇਹ ਵਾਪਸ ਨਹੀਂ ਨਾ ਆਇਆ ਤੇ ਅਸੀਂ ਮੌਤ ਆ ਸਾਡੀ, ਮੁਰਦੇ ਆ।
ਜੇ ਇਹ ਵਾਪਸ ਆ ਗਿਆ ਤੇ ਜੀਵਨ ਆ। ਹੁਣ ਇਹ ਪ੍ਰਕਿਰਿਆ ਨਿਰੰਤਰ ਕਿ ਜਿੱਦਣ ਤੋਂ ਅਸੀਂ ਜਨਮ ਲਿਆ ਹੈ ਉਦੋਂ ਤੋਂ ਚੱਲ ਰਹੀ ਹੈ। ਗੱਲ ਕੀ ਇੱਕ ਇੱਕ ਸਵਾਸ ਸਾਡਾ ਜਿਹੜਾ ਹੈ ਨਾ ਸਾਨੂੰ ਪ੍ਰੀਤਮ ਦੇ ਪ੍ਰੇਮ ਦੇ ਵਿੱਚ ਮਿਲ ਰਿਹਾ ਹੈ। ਉਹ ਜੇ ਨਾ ਆਵੇ ਤੇ ਮੌਤ ਆ। ਇਹਦਾ ਮਤਲਬ ਜੇ ਇੱਕ ਇੱਕ ਸਵਾਸ ਸਾਨੂੰ ਪ੍ਰਮਾਤਮਾ ਜੀ ਗਿਣਤੀ ਨਾਲ ਦੇ ਰਹੇ ਨੇ, ਜੋ ਸਵਾਸ ਸਾਡਾ ਆ ਰਿਹਾ ਹੈ, ਤੇ ਸਾਨੂੰ ਇਹ ਸੁਚੇਤ ਹੋਣਾ ਚਾਹੀਦਾ ਕਿ ਜਿਹੜਾ ਗਿਆ ਸਵਾਸ ਆ ਜੇ ਉਹ ਵਾਪਸ ਨਾ ਆਇਆ, ਕਿਤੇ ਐਸਾ ਨਾ ਹੋਵੇ ਕਿ ਮੇਰੇ ਮਰਨ ਤੋਂ ਬਾਅਦ ਲੋਕੀ ਮੈਨੂੰ ਮਾੜਾ ਕਹਿਣ ਜਾਂ ਮੇਰੀ ਉਸ ਜੀਵਨ ਦੀ ਯਾਤਰਾ ਦੇ ਉੱਪਰ ਕੋਈ ਉਂਗਲ ਚੁੱਕੇ। ਬਾਬਾ ਕਬੀਰ ਜੀ ਨੇ ਕਿਹਾ ਨਾ, ਕਹਿੰਦੇ ਆਪਣੀ ਇਸ ਜ਼ਿੰਦਗੀ ਰੂਪੀ ਨੌਕਾ ਦੇ ਵਿੱਚ ਜਦੋਂ ਚੱਲਦਾ ਵਾਂ ਨਾ, ਤੇ ਇਹੋ ਜਿਹੇ ਕਰਮ ਕਰ ਕਿ ਤੇਰੀ ਇਸ ਨੌਕਾ ਵਿੱਚ ਤੁਰਦਿਆਂ ਤੁਰਦਿਆਂ ਦਾਗ ਨਾ ਲੱਗੇ ਤੇਰੀ ਦਾੜੀ ਦੇ ਉੱਪਰ, ਤੇਰੇ ਜੀਵਨ ਦੇ ਵਿੱਚ ਦਾਗ ਨਾ ਲੱਗੇ ਕਿਤੇ। ਕਿਉਂਕਿ ਦਾਗ ਜਦੋਂ ਜ਼ਿੰਦਗੀ ਵਿੱਚ ਲੱਗ ਜਾਂਦਾ ਹੈ ਨਾ, ਤੇ ਸਭ ਕਹਿੰਦੇ ਫਿਰ ਪ੍ਰਮਾਤਮਾ ਦੇ ਘਰ ਦੇ ਵਿੱਚ ਵੀ ਥਾਂ ਨਹੀਂ ਮਿਲਦਾ, ਉਹਦੇ ਵਰਗਾ ਜੀਵਨ ਨਹੀਂ ਮਿਲਦਾ। ਉਹ ਪ੍ਰਵਾਨ ਹੀ ਨਹੀਂ ਕਰਦਾ ਐਸੇ ਖੋਟੇ ਨੂੰ। ਦਾਗ ਦੋਸ਼ ਮੂੰਹ ਚੱਲਿਆ ਲਾਏ, ਦਰਗੇ ਬੈਸਨ ਨਾ ਹੀ ਜਾਏ। ਜਿਹਨੇ ਆਪਣੇ ਜੀਵਨ ਦੇ ਵਿੱਚ ਵਿਕਾਰਾਂ ਦੇ ਦਾਗ ਲਾਏ ਨੇ, ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਮਾੜੇ ਕਰਮਾਂ ਨੂੰ ਜੀਵਿਆ ਹੈ, ਤੇ ਸਤਿਗੁਰੂ ਕਹਿੰਦੇ ਉਹਨਾਂ ਦਾ ਮਨ ਦਾਗੀ ਹੈ। ਇਸ ਕਰਕੇ ਕੋਸ਼ਿਸ਼ ਹੈ, ਸਮਾਂ ਹੈ, ਮੌਕਾ ਹੈ, ਉਸ ਮੌਕੇ ਨੂੰ ਸੰਭਾਲ। ਬਾਬਾ ਕਬੀਰ ਜੀ ਕਹਿੰਦੇ ਅਜੇ 109 ਸਮੁੰਦਰ ਮੇ ਕਾ ਕਿਆ ਜਾਣੋ ਕਿਆ ਹੋਏ। ਆ ਜਿਹੜੀ ਜ਼ਿੰਦਗੀ ਰੂਪੀ ਨੌਕਾ ਲੈ ਕੇ ਤੁਰ ਰਿਹਾ ਨਾ, ਇਸ ਕਿਸ਼ਤੀ ਦੇ ਵਿੱਚ ਸਵਾਰਿਆਂ ਤੋਂ ਪਤਾ ਨਹੀਂ ਪਲ ਵਿੱਚ ਕੀ ਵਾਪਰ ਜਾਵੇ। ਇਸ ਕਰਕੇ ਭਾਈ ਚੰਗੇ ਕਰਮ ਕਰਨੇ ਸ਼ੁਰੂ ਕਰ ਅੱਜ ਤੋਂ ਹੀ। ਘੜੀ ਮੌਤ ਕਾ ਪਾਉਣਾ ਕਾਜ ਸਵਾਰਨ ਹਾਰ। ਮੌਤ ਦਾ ਅਰਥ ਆ 2 ਘੜੀਆਂ, ਪਾਉਣਾ ਦਾ ਅਰਥ ਆ ਪ੍ਰਾਹੁਣਾ। ਸਭ ਕਹਿੰਦੇ ਕਿਸੇ ਦੇ ਘਰ ਘੜੀ 2 ਘੜੀ ਲਈ ਜੇ ਕੋਈ ਗਿਆ ਹੋਵੇ ਪ੍ਰਾਹੁਣਾ ਬਣ ਕੇ, ਆਪਾਂ ਕਿਸੇ ਦੇ ਘਰ ਕੀ ਕਰਨ ਜਾਂਦੇ ਆ? ਪ੍ਰਾਹੁਣੇ ਦਾ ਅਰਥ ਕੀ ਹੈ? ਜਿਹੜਾ ਗੈਸਟ ਜਾਂਦਾ ਹੈ, ਆਪਾਂ ਇਹ ਸੋਚ ਕੇ ਜਾਂਦੇ ਆ 2-3 ਘੰਟੇ ਜਾਣਾ ਜਾਂ ਵਾਪਸ ਆ ਜਾਣਾ ਹੈ ਆਪਣੇ ਘਰ ਨੂੰ। ਸਭ ਕਹਿੰਦੇ ਤੂੰ ਵੀ ਇਸ ਸੰਸਾਰ ਦੇ ਵਿੱਚ ਪ੍ਰਾਹੁਣਾ ਬਣ ਕੇ ਆਇਆ ਹੈ। ਉਹ ਹੁਣ 2-3 ਦਿਨ, ਮਹੀਨੇ ਹੋ ਸਕਦੇ ਨੇ, 2 ਮਹੀਨੇ ਹੋ ਸਕਦੇ ਨੇ, ਸਾਲ ਹੋ ਸਕਦੇ ਨੇ, ਰੱਬ ਜਾਣਦਾ। ਪਰ ਇਹ ਗੱਲ ਪੱਕੀ ਧਾਰ ਕੇ ਰੱਖ, ਤੂੰ ਆਇਆ ਗੈਸਟ ਆ, ਤੂੰ ਆਇਆ ਪ੍ਰਾਹੁਣਾ ਹੈ, ਤੂੰ ਵਾਪਸ ਇੱਕ ਦਿਨ ਜਾਣਾ ਹੈ ਆਪਣੇ ਦੇਸ਼ ਨੂੰ। ਸਭ ਕਹਿੰਦੇ ਘੜੀ ਮੌਤ ਕਾ ਪਾਉਣਾ, ਕਿਸੇ ਦੇ ਘਰ ਘੜੀ 2 ਘੜੀ ਲਈ ਜੇ ਤੂੰ ਪ੍ਰਾਹੁਣਾ ਬਣ ਕੇ ਗਿਆ ਵਾਂ, ਫਿਰ ਕਰ ਕੀ? ਆਪਣੇ ਜੀਵਨ ਨੂੰ ਸੱਚ ਰੂਪੀ ਕਾਰਜ ਨੂੰ ਸਵਾਰਨ ਵਿੱਚ ਲਾ। ਕਦੀ ਉਸ ਘਰ ਦੇ ਵਿੱਚ ਜਾ ਕੇ ਘਰ ਵਾਲਾ ਬਣ ਕੇ ਨਹੀਂ ਬਹਿ ਜਾਈਦਾ। ਆਪਾਂ ਕਿਸੇ ਦੇ ਘਰ ਜਾਈਏ ਤੇ ਗੈਸਟ ਬਣ ਕੇ ਜਾਈਏ ਤੇ ਹੌਲੀ ਹੌਲੀ ਅਸੀਂ ਆਪਣੇ ਮਨ 'ਚ ਬਣਾ ਲਈਏ ਵੀ ਹੁਣ ਅਸੀਂ ਇੱਥੋਂ ਨਹੀਂ ਜਾਣਾ। ਮੁਹੰਮਦ ਸਰ ਇਕਬਾਲ ਨੇ ਇੱਕ ਗੱਲ ਬੜੀ ਵਧੀਆ ਲਿਖੀ। ਕਹਿੰਦੇ ਜਦੋਂ ਉਹ ਕਿਸੇ ਆਪਣੇ ਮਿੱਤਰ ਦੋਸਤ ਦੀ ਕਹਾਣੀ ਲਿਖਦਾ ਹੈ, ਸਿੱਖ ਸੈਦੀ ਸਾਹਿਬ ਨੇ ਵੀ ਇੱਕ ਬੜਾ ਪਿਆਰਾ ਬਿਰਤਾਂਤ ਲਿਖਿਆ। ਕਹਿੰਦੇ ਉਹ ਆਪਣੇ ਕਿਸੇ ਮਿੱਤਰ ਦੇ ਘਰ ਗਏ ਤੇ ਮਿੱਤਰ ਦੇ ਘਰ ਜਾ ਕੇ ਉਹਨੂੰ ਕਹਿੰਦੇ ਵੀ ਸੱਜਣਾ, ਮੈਂ ਤੇਰੇ ਘਰ ਆਇਆ, ਹੁਣ ਮੈਂ ਤੇਰੇ ਘਰ ਰਹਿਣਾ ਹੈ। ਕਹਿੰਦੇ ਪਹਿਲੇ ਦਿਨ ਉਸ ਮਿੱਤਰ ਨੇ ਰੱਖਿਆ, ਪ੍ਰਾਹੁਣਿਆਂ ਵਾਂਗੂ ਟ੍ਰੀਟਮੈਂਟ ਦਿੱਤਾ, ਵੰਨ ਸੁਵੰਨੇ ਪਕਵਾਨ ਖਵਾਏ, ਤੇ ਉਹ ਗੱਲੀ ਬਾਤੀ ਪੁੱਛਦਾ ਜੀ ਭਾਈ ਜੀ ਤੁਸੀਂ ਵਾਪਸ ਕਦੋਂ ਜਾਣਾ ਹੈ? ਤੇ ਸ਼ੇਖ ਸੈਦੀ ਸਾਹਿਬ ਕਹਿੰਦੇ ਮੈਂ ਉਹਨੂੰ ਆਖਿਆ ਭਾਈ ਅਜੇ ਮੇਰਾ ਮਨ ਨਹੀਂ ਜਾਣਦਾ, ਮੈਨੂੰ ਤੇਰੀ ਜਿਹੜੀ ਹੈ ਨਾ ਸੇਵਾ ਬੜੀ ਵਧੀਆ ਲੱਗੀ ਹੈ, ਮੈਨੂੰ ਬੜਾ ਆਨੰਦ ਆਇਆ, ਇੱਥੇ ਬੜਾ ਜੀ ਲੱਗਾ ਹੈ, ਮੈਂ ਅੱਜ ਇੱਥੇ ਹੀ ਰਹਿਣਾ ਹੈ, ਮੈਂ ਕੱਲ ਵੀ ਇੱਥੇ ਹੀ ਰਹਿਣਾ ਹੈ। 2 ਦਿਨ ਲੰਘੇ, ਹੁਣ ਤੀਜੇ ਦਿਨ ਫਿਰ ਪੁੱਛਦਾ ਹੈ ਉਹ ਜਿਹੜਾ ਮਿੱਤਰ ਆ, ਉਹਨੇ ਵੀ ਆਪਣੇ ਕਾਰੋਬਾਰ ਕੰਮ ਤੇ ਜਾਣਾ, ਉਹਨੇ ਛੁੱਟੀਆਂ ਲਈਆਂ ਨੇ, ਕੰਮ ਤੇ ਜਾਣਾ ਹੈ। ਕਹਿੰਦਾ ਜੀ ਭਾਈ ਜੀ ਮੈਂ ਕੰਮ ਤੇ ਜਾਣਾ, ਤੁਸੀਂ ਇੰਜ ਕਰੋ ਇੱਥੇ ਰਹੋ, ਜੇ ਤੁਸੀਂ ਰਹਿਣਾ ਹੀ ਚਾਹੁੰਦੇ ਆ ਤੇ ਆਹ ਦਾਲ ਸਬਜ਼ੀ ਪਈ ਜੇ ਪ੍ਰਸ਼ਾਦਾ ਛਕ ਲਿਓ ਜਦੋਂ ਭੁੱਖ ਲੱਗੇਗੀ। ਹੁਣ ਸ਼ੇਖ ਸੈਦੀ ਸਾਹਿਬ ਕਹਿੰਦੇ ਮੈਨੂੰ ਉਹਦੇ ਵਿਵਹਾਰ ਤੋਂ ਇਹ ਸਮਝ ਆਉਣ ਲੱਗ ਪਿਆ ਕਿ ਹੁਣ ਮੇਰੇ ਨਾਲ ਉਹਦਾ ਜਿਹੜਾ ਪਿਆਰ ਘਟਦਾ ਜਾ ਰਿਹਾ। ਕਹਿੰਦੇ ਮੈਂ ਇੱਕ ਦਿਨ ਪੁੱਛਿਆ ਕਿ ਵੀ ਤੂੰ ਮੈਨੂੰ ਪਹਿਲਾਂ ਤੇ ਬੜੇ ਰੋਜ਼ ਨਿਉਤੇ ਦਿੰਦਾ ਸੀ, ਰੋਜ਼ ਸੁਨੇਹੇ ਦਿੰਦਾ ਸੀ ਮੇਰੇ ਘਰ ਆਓ, ਅੱਜ ਮੈਂ ਤੇਰੇ ਘਰ ਆਇਆ, ਤੇਰੇ ਘਰ ਰਹਿ ਰਿਹਾ
ਤੇ ਤੂੰ ਮੇਰੇ ਨਾਲ ਕੋਈ ਵਾਸਤਾ ਹੀ ਨਹੀਂ ਰੱਖਦਾ। ਜਦੋਂ ਪਹਿਲੇ ਦਿਨ ਆਇਆ ਸੀ ਉਦਣ ਤੇ ਬੜਾ ਪ੍ਰੇਮ ਕਰਦਾ ਸੀ। ਕਹਿੰਦਾ ਸ਼ੇਖ ਸੈਦੀ ਸਾਹਿਬ ਜੇ ਸੱਚ ਪੁੱਛੋ ਨਾ, ਉਦਣ ਤੁਸੀਂ ਮਿੱਤਰ ਬਣ ਕੇ ਆਏ ਸੀ, ਅੱਜ ਤੁਸੀਂ ਇਸ ਘਰ ਦੇ ਵਿੱਚ ਬਸੇਰਾ ਕਰਕੇ ਬਹਿ ਗਏ ਹੋ। ਜੇ ਇੱਥੇ ਰਹਿਣਾ ਵਾ ਨਾ, ਸਾਡੇ ਜੇ ਹੱਕ ਦੀ ਰੋਟੀ ਚੋਂ ਖਾਣਾ ਤੇ ਕੰਮ ਤੁਹਾਨੂੰ ਵੀ ਕਰਨਾ ਪਊਗਾ, ਨਹੀਂ ਤੇ ਤੁਸੀਂ ਆਪਣੇ ਘਰ ਚਲੇ ਜਾਓ ਵਾਪਸ। ਸ਼ੇਖ ਸੈਦੀ ਸਾਹਿਬ ਕਹਿੰਦੇ ਉਦੋਂ ਮੈਨੂੰ ਪਤਾ ਲੱਗਾ ਕਿ ਮਿੱਤਰਤਾ ਕੀ ਹੁੰਦੀ ਹੈ। ਅਸੀਂ ਵੀ ਇਸ ਸੰਸਾਰ ਵਿੱਚ ਪ੍ਰਾਹੁਣੇ ਬਣ ਕੇ ਆਏ ਹਾਂ, ਮਹਿਮਾਨ ਬਣ ਕੇ ਬਸੇਰਾ ਕਰਕੇ ਬਹਿ ਗਏ ਹਾਂ। ਮਾਇਆ ਰੂਪੀ ਧਨ ਪਦਾਰਥਾਂ ਦੇ ਜਲਵਿਆਂ 'ਚ ਐਸੇ ਫਸੇ ਹਾਂ, ਹਰ ਚੀਜ਼ ਨੂੰ ਇਹ ਸਮਝ ਕੇ ਇਕੱਠੀ ਕਰ ਰਹੇ ਹਾਂ ਕਿ ਇਹ ਸ਼ਾਇਦ ਮੇਰੇ ਨਾਲ ਨਿਭੇਗੀ। ਸਤਿਗੁਰੂ ਕਹਿੰਦੇ ਗੁਜਰਾਨ ਹੋ ਸਕਦਾ ਹੈ। ਇਸ ਧਰਤੀ ਉੱਪਰ ਰਹਿਣ ਵਾਸਤੇ ਬਸੇਰਾ ਕਰਨਾ ਮਾੜੀ ਗੱਲ ਨਹੀਂ, ਗੁਜਰਾਨ ਵਾਸਤੇ ਕੋਈ ਚੀਜ਼ ਰੱਖਣੀ ਮਾੜੀ ਗੱਲ ਨਹੀਂ। ਬੇਸਿਕਸ ਨੀਡਸ ਜਿਹੜੀਆਂ ਨੇ ਉਹ ਜ਼ਰੂਰੀ ਨੇ। ਪਰ ਹੁਣ ਮਨੁੱਖ ਆਖੇ ਕਿ ਮੈਂ ਲੋਕਾਂ ਨੂੰ ਵਿਖਾਉਣ ਵਾਸਤੇ ਕੰਮ ਜਿਉਣਾ ਹੈ, ਤੇ ਸਤਿਗੁਰੂ ਕਹਿੰਦੇ ਇਹ ਤੇ ਗੱਲ ਠੀਕ ਨਹੀਂ ਨਾ। ਜਦੋਂ ਲੋਕਾਂ ਨੂੰ ਵਿਖਾਉਣ ਵਾਸਤੇ ਕਰਮ ਕਰਨੇ ਸ਼ੁਰੂ ਕਰੇਗਾ, ਫਿਰ ਜ਼ਾਹਿਰਾ ਤੌਰ 'ਤੇ ਠੱਗੀ ਮਾਰੇਗਾ, ਫਰੇਬ ਕਰੇਗਾ। ਕਿਉਂਕਿ ਜਦੋਂ ਲੋਕਾਂ ਨੂੰ ਵਿਖਾਉਣ ਦੀ ਗੱਲ ਚੱਲਣ ਲੱਗ ਪੈਂਦੀ ਆ ਨਾ, ਉਦੋਂ ਜ਼ਿੰਦਗੀ ਦੇ ਵਿੱਚ ਅਵਗੁਣ ਆਉਣੇ ਸ਼ੁਰੂ ਹੋ ਜਾਂਦੇ ਨੇ, ਈਰਖਾ ਆਉਣੀ ਸ਼ੁਰੂ ਹੋ ਜਾਂਦੀ ਹੈ, ਚੁਗਲੀਆਂ, ਨਿੰਦਾ ਆਉਣੀ ਸ਼ੁਰੂ ਹੋ ਜਾਂਦੀ ਹੈ। ਪਰ ਜਦੋਂ ਇਹ ਜੀਵਿਆ ਜਾਵੇ ਕਿ ਮੈਂ ਲੋਕਾਂ ਨੂੰ ਵਿਖਾਉਣ ਵਾਸਤੇ ਨਹੀਂ ਜਿਉਣਾ, ਮੈਂ ਤੇ ਆਪਣੀ ਜ਼ਿੰਦਗੀ ਮੇਰੇ ਨਿਰੰਕਾਰ ਨੇ ਮੈਨੂੰ ਇਸ ਧਰਤੀ ਤੇ ਭੇਜਿਆ ਹੈ, ਤੇ ਮੈਂ ਇੱਕ ਚੰਗਾ ਇਨਸਾਨੀ ਜੀਵਨ ਜਿਉ ਕੇ ਨਿਰੰਕਾਰ ਵਿੱਚ ਅਭੇਦ ਹੋਣਾ ਹੈ, ਫਿਰ ਦੁਨੀਆ ਦੀ ਪਰਵਾਹ ਨਹੀਂ ਹੁੰਦੀ। ਫਿਰ ਸੱਚ ਦਾ ਰਸਤਾ ਅਪਣਾਇਆ ਜਾਂਦਾ ਹੈ ਤੇ ਆਪਣੇ ਜੀਵਨ ਨੂੰ ਸੱਚ ਦੇ ਰਸਤੇ ਤੇ ਤੁਰਦਿਆਂ ਹੋਇਆਂ ਚੰਗੇ ਕਾਰਜ ਕੀਤੇ ਜਾਂਦੇ ਨੇ, ਉਹ ਕਾਰਜ ਜੋ ਹਰ ਵਕਤ ਨਾਲ ਨਿਭਦੇ ਨੇ। ਘੜੀ ਮੌਤ ਕਾ ਪਾਉਣਾ ਕਾਜ ਸਵਾਰਨਹਾਰ। ਸਾਹਿਬ ਕਹਿੰਦੇ ਤੂੰ ਘੜੀਆਂ ਦੋ ਘੜੀਆਂ ਦਾ ਪ੍ਰਾਹੁਣਾ ਬਣ ਕੇ ਆਇਆ ਹੈ, ਪਰ ਇਸ ਦੇ ਹੀ ਕੰਮ ਧੰਦੇ ਨਜਿੱਠਣ ਵਾਲਾ ਬਣ ਗਿਆ ਹੈ। ਤੂੰ ਇਸ ਸੰਸਾਰ ਦੇ ਵਿੱਚ, ਇਸ ਸੰਸਾਰੀ ਕਾਰ ਵਿਹਾਰ ਦੇ ਵਿੱਚ ਹੀ ਲੀਨ ਹੋ ਗਿਆ ਹੈ। ਕੋਈ ਚੱਜ ਦਾ ਕਰਮ ਹੀ ਨਹੀਂ ਕਰ ਰਿਹਾ, ਸੋਚ ਹੀ ਨਹੀਂ ਰਿਹਾ ਕਿ ਇੱਕ ਦਿਨ ਇੱਥੋਂ ਜਾਣਾ ਹੈ ਤੇ ਮੈਂ ਕੁਝ ਐਸੇ ਸ਼ੁਭ ਗੁਣ ਇਕੱਠੇ ਕਰਾਂ ਤਾਂ ਕਿ ਮੈਂ ਸੱਚ ਦੀ ਜ਼ਿੰਦਗੀ ਦੀ ਬਾਜੀ ਜਿੱਤ ਕੇ ਜਾ ਸਕਾਂ। ਮਾਇਆ ਕਾਮ ਵਿਆਪਿਆ ਸਮਝੈ ਨਾਹੀਂ ਗਾਵਾਰ। ਕਾਮ ਦਾ ਅਰਥ ਆ ਕਾਮ ਵਾਸ਼ਨਾਵਾਂ, ਮਾਇਆ ਦਾ ਅਰਥ ਆ ਮਾਇਆ ਜਿਹੜੀ ਆਪਾਂ ਸਮਝਦੇ ਹਾਂ ਪਰਮਾਤਮਾ ਤੋਂ ਦੂਸਰਾ ਰੂਪ ਮਾਇਆ ਦਾ ਹੈ। ਸਾਰੇ ਇੱਕ ਚੀਜ਼ ਉਹ ਮਾਇਆ ਜਿਹਦੇ ਨਾਲ ਪਿਆਰ ਪੈਣ ਤੇ ਪ੍ਰਮਾਤਮਾ ਵਿਸਰ ਜਾਂਦਾ ਹੈ। ਸਭ ਕਹਿੰਦੇ ਮਾਇਆ ਕਾਮ ਵਿਆਪਿਆ। ਹੇ ਮੂਰਖ, ਤੂੰ ਜੀਵਨ ਦਾ ਸਹੀ ਰਾਹ ਨਹੀਂ ਸਮਝਦਾ ਤੇ ਮਾਇਆ ਦੇ ਮੋਹ ਵਿੱਚ ਕਾਮ ਵਾਸ਼ਨਾਵਾਂ ਦੇ ਵਿੱਚ ਫਸਿਆ ਹੋਇਆ ਹੈ। ਕਾਮ ਵਾਸ਼ਨਾ ਦਾ ਅਰਥ ਹੈ ਡਿਜ਼ਾਇਰਸ। ਜਿਵੇਂ ਸਾਡੇ ਜੀਵਨ ਦੇ ਵਿੱਚ ਵਾਸ਼ਨਾਵਾਂ ਨੇ, ਇੱਕ ਖਤਮ ਹੁੰਦੀ ਹੈ ਦੂਜੀ ਤਿਆਰ ਹੋ ਜਾਂਦੀ ਹੈ, ਨਿਤ ਸਾਡੀਆਂ ਮੰਗਾਂ ਵੱਧਦੀਆਂ ਹੀ ਜਾਂਦੀਆਂ ਨੇ। ਮਾਇਆ ਕਾਮ ਵਿਆਪਿਆ। ਮਾਇਆ ਦੇ ਨਸ਼ੇ ਵਿੱਚ ਡੁੱਬੇ ਰਹਿਣ ਕਰਕੇ ਕਾਮ ਵਾਸ਼ਨਾਵਾਂ ਦੇ ਵਿੱਚ ਜੀਵਨ ਰੰਗ ਰਿਹਾ ਹੈ, ਸਮਝਿਆ ਨਹੀਂ ਗਵਾਰ। ਇਹ ਮੂਰਖ ਮਨੁੱਖ ਆਪਣੇ ਜੀਵਨ ਦਾ ਸਹੀ ਰਸਤਾ ਜਾਣਦਾ ਹੀ ਨਹੀਂ ਕਿ ਮੈਂ ਇੱਥੇ ਕੀ ਕਰਨਾ ਹੈ। ਉੱਠ ਚੱਲਿਆ ਪਛਤਾਇਆ ਪਰਿਆ ਵਸ ਜੰਦਾਰ। ਉੱਠ ਚੱਲਿਆ, ਠੱਠੇ ਨੂੰ ਸਿਹਾਰੀ ਹੈ, ਉੱਠ ਕੇ ਚੱਲਿਆ। ਕਹਿੰਦੇ ਇੱਕ ਦਿਨ ਇਸ ਸੰਸਾਰ ਚੋਂ ਤੁਰ ਪਿਆ, ਪਛਤਾਇਆ, ਫਿਰ ਪਛਤਾਵਾ ਪੱਲੇ ਰਹਿ ਜਾਂਦਾ ਹੈ। ਪਰਿਆ ਵਸ ਜੰਦਾਰ, ਜਦੋਂ ਮੌਤ ਰੂਪੀ ਜਮਾਂ ਦੇ ਵਸ ਪੈ ਜਾਂਦਾ ਹੈ। ਸਾਹਿਬ ਕਹਿੰਦੇ ਜਦੋਂ ਇੱਥੋਂ ਉੱਠ ਕੇ ਤੁਰ ਪੈਂਦਾ ਹੈ ਨਾ, ਫਿਰ ਪਛਤਾਉਂਦਾ ਹੈ। ਜਦੋਂ ਸਵਾਸ ਨਿਕਲਦੇ ਨੇ ਫਿਰ ਪਛਤਾਉਂਦਾ ਹੈ ਕਿ ਕਿੰਨਾ ਸਮਾਂ ਮੈਨੂੰ ਪ੍ਰੀਤਮ ਨੇ ਧਰਤੀ ਤੇ ਪ੍ਰਮਾਤਮਾ ਨੇ ਦਿੱਤਾ ਸੀ, ਮੈਂ ਉਹਦੀ ਯਾਦ ਵੀ ਨਹੀਂ ਜੀਵਿਆ, ਕੋਈ ਚੰਗਾ ਕੰਮ ਵੀ ਨਹੀਂ ਕੀਤਾ, ਕੋਈ ਸੱਚ ਨੂੰ ਵੀ ਨਹੀਂ ਜੀਵਿਆ। ਤੇ ਕਹਿੰਦੇ ਫਿਰ ਇਹ ਜਮਾ ਮੌਤ ਰੂਪੀ ਜ਼ੰਦਾਰ ਜਮਾ ਦੇ ਵਸ ਵਿੱਚ ਪੈ ਕੇ ਪਛਤਾਉਂਦਾ ਹੈ, ਕੁਰਲਾਉਂਦਾ ਹੈ ਕਿ ਮੈਂ ਕੋਈ ਕੰਮ ਚੱਜ ਦਾ ਕਰ ਲੈਂਦਾ, ਘੱਟੋ ਘੱਟ ਮੇਰੀ ਮੌਤ ਤੇ ਸੁਖਾਲੀ ਹੁੰਦੀ, ਮੈਂ ਪ੍ਰੀਤਮ ਦੇ ਘਰ ਦੇ ਵਿੱਚ ਪ੍ਰਵਾਨ ਤੇ ਹੋ ਜਾਂਦਾ। ਅੰਧੇ ਤੂੰ ਬੈਠਾ ਕੰਦੀ ਪਾਹੇ। ਹੇ ਮਾਇਆ ਦੇ ਮੋਹ ਵਿੱਚ ਅੰਨੇ ਹੋਏ ਮਨੁੱਖ, ਜਿਵੇਂ ਕੋਈ ਰੁੱਖ ਨਦੀ ਦੇ ਕੰਢੇ ਉੱਤੇ ਉੱਗਾ ਹੋਇਆ ਹੋਵੇ
ਕਿਸੇ ਵੇਲੇ ਵੀ ਕੰਢੇ ਨੂੰ ਢਾਹ ਲੱਗੇ ਤੇ ਰੁੱਖ ਨਦੀ ਵਿੱਚ ਰੁੜ ਜਾਂਦਾ ਹੈ। ਇਵੇਂ ਤੋਂ ਮੌਤ ਰੂਪੀ ਨਦੀ ਦੇ ਕੰਢੇ ਉੱਤੇ ਬੈਠਾ ਹੈ। ਪਤਾ ਨਹੀਂ ਕਿਹੜੇ ਵੇਲੇ ਪ੍ਰੀਤਮ ਦਾ ਸੁਨੇਹਾ ਆਵੇ, ਕਿਹੜੇ ਵੇਲੇ ਮੌਤ ਆ ਜਾਵੇ ਤੇ ਤੈਨੂੰ ਇਸ ਸੰਸਾਰ ਤੋਂ ਤੁਰਨਾ ਪੈ ਜਾਵੇ। ਜੇ ਹੋਵੇ ਪੂਰਬ ਲਿਖਿਆ ਤਾਂ ਗੁਰ ਕਾ ਬਚਨ ਕਮਾਹੇ। ਸਭ ਕਹਿੰਦੇ ਜੇ ਸਮਝ ਆ ਰਹੀ ਆ ਨਾ ਕਿ ਮੁੱਢ ਤੋਂ ਜੋ ਕੁਝ ਲਿਖਿਆ ਹੈ, ਜੋ ਤੂੰ ਕਰਮ ਆਪਣੇ ਹੱਥੀਂ ਲਿਖ ਰਿਹਾ ਹੈ, ਸਤਿਗੁਰੂ ਕਹਿੰਦੇ ਮਨੁੱਖ ਕਰਤਾ ਹੈ। ਜਿਵੇਂ ਪ੍ਰਮਾਤਮਾ ਕਰਤਾ ਹੈ ਨਾ, ਇਵੇਂ ਮਨੁੱਖ ਨੂੰ ਵੀ ਕਰਤਾ ਬਣਾਇਆ। ਮਨੁੱਖ ਕੀ ਕਰਦਾ ਹੈ? ਆਪਣੇ ਹੱਥੀਂ ਆਪਣੇ ਕੰਮ ਲਿਖਦਾ ਹੈ, ਜੋ ਇਹ ਚਿਤਵਦਾ ਹੈ, ਜੋ ਇਹ ਸੋਚਦਾ ਹੈ। ਜੋ ਅੱਜ ਇਹ ਕਰ ਰਿਹਾ ਹੈ ਉਹ ਕੱਲ੍ਹ ਇਹਨੇ ਭੋਗਣਾ ਹੈ। ਸਭ ਕਹਿੰਦੇ ਜੇ ਇਸ ਗੱਲ ਦਾ ਪਤਾ ਲੱਗ ਗਿਆ ਹੈ, ਫਿਰ ਗੁਰੂ ਦੇ ਉਪਦੇਸ਼ ਤੇ ਤੁਰ, ਗੁਰੂ ਜੀ ਦੇ ਬਚਨਾਂ ਦੀ ਕਮਾਈ ਕਰ, ਤਾਂ ਕਿ ਅੱਜ ਸੱਚ ਲਿਖੇ, ਕੱਲ੍ਹ ਤੈਨੂੰ ਸੱਚ ਮਿਲੇ। ਇਵੇਂ ਨਾ ਹੋਵੇ ਕਿ ਝੂਠ ਦੀ ਜ਼ਿੰਦਗੀ ਜੀਵੇਂ ਤੇ ਸੋਚੇ ਕਿ ਸੱਚ ਵਿੱਚ ਤਬਦੀਲ ਹੋ ਜਾਵੇਗੀ। ਨਹੀਂ, ਸੱਚ ਦੀ ਜ਼ਿੰਦਗੀ ਜੀਵੇਂਗਾ, ਇਹ ਰਿਜ਼ਲਟਸ ਬੜੇ ਵਧੀਆ ਮਿਲਣਗੇ। ਝੂਠ ਦੀ ਜ਼ਿੰਦਗੀ ਜੀਵੇਂਗਾ, ਬਾਰ-ਬਾਰ ਡਰਨਾ ਪਏਗਾ, ਪਛਤਾਉਣਾ ਪਏਗਾ। ਪਤਾ ਨਹੀਂ ਕਦੋਂ ਇਹ ਝੂਠ ਉਗੜ ਕੇ ਲੋਕਾਂ ਦੇ ਸਾਹਮਣੇ ਆ ਜਾਵੇ ਤੇ ਬਹੁਤ ਹੀ ਦਰਦ ਸਹਿਣਾ ਪਵੇਗਾ, ਤਕਲੀਫ ਸਹਿਣੀ ਪਏਗੀ, ਬੇਇੱਜ਼ਤ ਹੋਣਾ ਪਵੇਗਾ। ਪਰ ਜਿਹੜਾ ਮਨੁੱਖ ਸੱਚ ਦੇ ਪਾਂਧੀ ਬਣ ਕੇ ਚੱਲਦਾ ਹੈ ਨਾ, ਉਹਨੂੰ ਪਰਵਾਹ ਨਹੀਂ ਹੁੰਦੀ ਸੰਸਾਰ ਦੀ। ਸਭ ਕਹਿੰਦੇ ਅਗਲੀਆਂ ਪੰਕਤੀਆਂ 'ਚ, ਹਰੀ ਨਾਹੀਂ ਨਹਿ ਡੰਡੋਰੀ ਪੱਕੀ ਵੱਢਣ ਹਾਰ। ਹਰੀ ਨਹੀਂ ਨਹਿ ਡਡੂਰੀ ਪੱਕੀ ਵੱਢਣ ਹਾਰ। ਡਡੂਰੀ ਦਾ ਅਰਥ ਆ ਖੇਤੀ, ਜਿਹਨੂੰ ਆਪਾਂ ਖੇਤੀ ਲਾਉਂਦੇ ਆ, ਕਿਸਾਨ ਕਹਿੰਦਾ ਜ਼ਮੀਨ ਬੀਜਣੀ। ਪੱਕੀ ਦਾ ਅਰਥ ਆ ਪਕਿਆਈ ਹੋਈ। ਸਭ ਕਹਿੰਦੇ ਇਹ ਜ਼ਰੂਰੀ ਨਹੀਂ ਕਿ ਹਰੀ ਖੇਤੀ ਨਾ ਵੱਢੀ ਜਾਵੇ ਤੇ ਡੱਡਿਆਂ ਦੇ ਆਈ ਹੋਈ ਅੱਧ ਪੱਕੀ ਨਾ ਵੱਢੀ ਜਾਏ ਤੇ ਸਿਰਫ ਪੱਕੀ ਹੀ ਵੱਢੀ ਜਾਏ। ਸਤਿਗੁਰੂ ਜੀ ਸਮਝਾਉਣ ਦੀ ਕੋਸ਼ਿਸ਼ ਕਰ ਰਹੇ, ਭਾਈ ਪ੍ਰਮਾਤਮਾ ਜੀ ਦੇ ਇਹ ਨਾ ਸੋਚੀ ਜਿਵੇਂ ਅਸੀਂ ਮਨ ਵਿੱਚ ਨਾ ਇੱਕ ਵਹਿਮ ਪਾਇਆ ਹੈ। ਜਵਾਨ ਤੇ ਬੁਢੇਪੇ 'ਚ ਅਸੀਂ ਇਹ ਸੋਚਣ ਲੱਗ ਪੈਂਦੇ ਹਾਂ, ਭਾਈ ਹੁਣ ਪਤਾ ਨਹੀਂ ਕਦੋਂ ਸੁਨੇਹਾ ਆ ਜਾਵੇ। ਬੁਢੇਪੇ ਤੋਂ ਅਗਲੀ ਨਿਸ਼ਾਨੀ ਅਸੀਂ ਮੌਤ ਦੀ ਸਮਝਦੇ ਹਾਂ। ਸਤਿਗੁਰੂ ਕਹਿੰਦੇ ਇਹ ਵਹਿਮ ਹੈ। ਇਹ ਨਾ ਸੋਚੀ ਪ੍ਰਮਾਤਮਾ ਦੇ ਘਰ ਦੇ ਵਿੱਚ ਐਸਾ ਨਹੀਂ ਕਿ ਜੇ ਪੱਕੀ ਹੋਊਗੀ ਤੇ ਤਾਂ ਹੀ ਵੱਢੀ ਜਾਵੇਗੀ, ਭਾਵ ਜਦੋਂ ਤੂੰ ਬਜ਼ੁਰਗ ਹੋਵੇਂਗਾ ਤਾਂ ਹੀ ਮੌਤ ਆਊਗੀ। ਇਹ ਕਦੋਂ ਵੀ ਆ ਸਕਦੀ ਹੈ। ਹਰੀ ਦਾ ਅਰਥ ਆ ਬਚਪਨ 'ਚ ਹੀ ਆ ਸਕਦੀ ਹੈ। ਅੱਧ ਪੱਕੀ ਦਾ ਅਰਥ ਆ ਹੋ ਸਕਦਾ ਜਵਾਨੀ 'ਚ ਆ ਜਾਵੇ। ਇਹ ਦਾਵਾ ਨਹੀਂ ਕਿ ਪੱਕਣ ਤੋਂ ਬਾਅਦ ਹੀ ਆਵੇਗੀ, ਪੱਕੀ ਹੀ ਵੱਢੀ ਜਾਏਗੀ। ਹਰੀ ਨਾਹੀਂ ਨਹਿ ਡੰਡੋਰੀ ਪੱਕੀ ਵੱਢਣ ਹਾਰ। ਡੋਡਰੀ ਕਹਿੰਦੇ ਜ਼ਰੂਰੀ ਨਹੀਂ ਕਿ ਹਰੀ ਖੇਤੀ ਨਾ ਵੱਢੀ ਜਾਏ, ਨਾ ਅੱਧ ਪੱਕੀ ਵੱਢੀ ਜਾਏ, ਸਿਰਫ ਪੱਕੀ ਹੀ ਵੱਢੀ ਜਾਏ। ਕਹਿੰਦੇ ਕਦੋਂ ਵੀ ਹੋ ਸਕਦਾ ਹੈ। ਹੋ ਸਕਦਾ ਉਹ ਹਰੀ ਭਰੀ ਜਦੋਂ ਜਵਾਨੀ 'ਚ ਹੋਵੇ ਉਦੋਂ ਪ੍ਰਮਾਤਮਾ ਤੈਨੂੰ ਲੈ ਜਾਵੇ। ਉਹ ਇਹਨੇ ਕੋਈ ਪ੍ਰਮਾਤਮਾ ਨੇ ਮਨਿਆਦ ਨਹੀਂ ਤੈਨੂੰ ਮਿੱਥ ਕੇ ਦਿੱਤੀ, ਤੇਰੇ ਅੰਦਰ ਕੋਈ ਐਕਸਪਾਇਰੀ ਡੇਟ ਨਹੀਂ ਤੈਨੂੰ ਪਾ ਕੇ ਦਿੱਤੀ ਵੀ ਆਹ ਡੇਟ ਤੇ ਤੈਨੂੰ ਮੈਂ ਲੈ ਕੇ ਜਾਊਂਗਾ। ਉਹਦਾ ਜਦੋਂ ਵੀ ਹੁਕਮ ਆਵੇ, ਜਿੱਦਣ ਤੇਰਾ ਉਹਦਾ ਹੁਕਮ ਆ ਗਿਆ, ਜਿੱਦਣ ਸੁਨੇਹਾ ਆ ਗਿਆ, ਜਾਣਾ ਪੈਣਾ ਹੈ। ਹੋ ਸਕਦਾ ਬਚਪਨ 'ਚ ਜਾਣਾ ਪੈ ਜੇ, ਹੋ ਸਕਦਾ ਜਵਾਨੀ 'ਚ ਤੁਰ ਪਵੇਂ, ਹੋ ਸਕਦਾ ਬੁਢੇਪੇ 'ਚ ਤੁਰ ਪਵੇਂ। ਇਹ ਵਹਿਮ ਕੱਢ ਦੇ ਮਨ 'ਚੋਂ ਕਿ ਬੁੱਢੇ ਹੋਏ ਹੀ ਜਾਵੇਂਗਾ ਨਾ, ਕਦੋਂ ਵੀ ਆ ਸਕਦਾ ਉਹਦੇ ਘਰ ਦਾ ਸੁਨੇਹਾ। ਲੈ ਲੈ ਦਾਤ ਪਹੁਤਿਆਂ ਲਾਵੇ ਕਰ ਤਿਆਰ। ਦਾਤ ਦਾ ਅਰਥ ਆ ਦਤਾਰੇ, ਪਹੁਤਿਆਂ ਦਾ ਅਰਥ ਹੈ ਪਹੁੰਚ ਗਏ। ਲਾਵੇ ਵੱਡੇ ਫਸਲ ਵੱਢਣ ਵਾਲੇ, ਕਰ ਕਰਕੇ। ਸਭ ਜੀ ਕਹਿੰਦੇ ਇਹ ਖੇਤ ਦੇ ਮਾਲਕ ਦੀ ਮਰਜ਼ੀ ਹੈ, ਤੇਰੀ ਕੋਈ ਮਰਜ਼ੀ ਨਹੀਂ। ਜ਼ਮੀਨ ਫਸਲ ਦੀ ਕੀ ਮਰਜ਼ੀ ਹੈ? ਫਸਲ ਨੂੰ ਹੋ ਸਕਦਾ ਜਦੋਂ ਖੇਤ ਦਾ ਮਾਲਕ ਦਾ ਜੀ ਕਰੇ ਉਹ ਹਰੀ ਨੂੰ ਵੱਢ ਦੇਵੇ, ਅੱਧ ਪੱਕੀ ਨੂੰ ਵੱਢ ਦੇਵੇ ਜਾਂ ਪੱਕੀ ਵੱਢੇ, ਤੇ ਨਿਰਭਰ ਕਰਦਾ ਨਾ ਖੇਤ ਦੇ ਮਾਲਕ ਤੇ। ਸਭ ਕਹਿੰਦੇ ਇਵੇਂ ਖੇਤ ਦਾ ਮਾਲਕ ਜਦੋਂ ਚਾਹਵੇ ਉਦੋਂ ਹੀ ਉਹ ਵੱਢ ਕੇ ਲੈ ਜਾਵੇ। ਇਹ ਤੇ ਉਹਦੇ ਹੱਥ ਦੇ ਹੱਥ ਆ
कि वो कदों उहदा जी करदा है, कदों वो वढ के लै जांदा है। जे होआ हुक्म किरसान दा, जां होआ हुक्म किरसान दा, तां लुण मिणिया खेतार। जां होआ हुक्म किरसान दा, तां लुण मिणिया खेतार। किरसान दा अर्थ है खेत दा मालक। लुण दा अर्थ है वढ के। खेतार दा अर्थ है सारा खेत। ਸਾਹਿਬ ਕਹਿੰਦੇ ਜਦੋਂ खेत दे मालक दा हुक्म हुंदा ना, उदों वो खेत सारे नूं वढ सुੱਟਦਾ है। सारा खेत वढ के मिण लैंदा है। इसे तरह जगत दे मालक परमात्मा दा जदों उहदा जी करदा ना, जदों वो हुक्म करदा है, उदों ही मौत रूपी जम आके जीवां नूं लै जांदे हन। चाहे बाल उमरे होण, चाहे जवान होण, चाहे बुढ़े होण, ये उहदी मर्जी है, उहदा हुक्म कदों वरतदा है। पहला पहर धंधे गया, दूजा भर सोया। हुण सतगुरु जी अगे जीवन की यात्रा दस रहे भी किवें दी तूं जीवी है अज तक। सब कहंदे पहला पैर किहड़ा, जिहड़ा बचपन दा है। पहला पहर जिहड़ा है वो तू किहदे विच नगाया है? कहंदे माया दे ग्रसे हुए मूर्ख मनुख ने जीवन की रात का जिहड़ा पहला पैर आ दुनिया के धंधियां विच बतीत कर दिता है। जिहड़ी जीवन की एक पैर की जिंदगी पहली आ ना, सतगुरु कहंदे दुनियावी धंधियां दे विच पोते वांगू काम करदिआं नगा दित्ती है। ते जिहड़ा जीवन का दूसरा पैर आ, दूजा भर सोया, ਉਹਦੇ ਵਿੱਚ माया ਦੇ मोह ਦੀ नींद ਦੇ ਵਿੱਚ ਸੁੱਤਾ ਰਿਹਾ ਹੈ, ਜਾਗਿਆ ਹੀ ਕਦੀ ਨਹੀਂ। बड़े वाजे तबलिਆਂ ਨਾਲ जगाउण ਦੀ ਕੋਸ਼ਿਸ਼ ਕੀਤੀ ਗਈ ਹੈ, ਤੂੰ ਜਾਗ ਜਾ, ਇਹ नहीं जागिया, ਸੁੱਤਾ ਪਿਆ ਹੈ। ਤੀਜਾ ਝੱਖ ਝਖਾਇਆ, ਚੌਥੇ ਭੋਰ ਪਿਆ। ਤੀਸਰੇ ਪੈਰ ਜਦੋਂ ਜੀਵਨ ਦਾ ਲੰਘਿਆ, ਉਦੋਂ ਉਹ ਜਿਹੜੇ ਪਦਾਰਥ ਕਮਾਏ ਨੇ ਉਹਨਾਂ ਦੇ ਵਿਸ਼ਿਆਂ ਨੂੰ ਭੋਗ ਰਿਹਾ ਹੈ, ਉਹਨੂੰ ਭੋਗਣ ਵਿੱਚ ਲੱਗਾ ਹੈ। ਤੇ ਚੌਥੇ ਪੈਰ ਜਦੋਂ ਆਖਰ ਦਿਨ ਚੜ੍ਹ ਪੈਂਦਾ ਹੈ, ਜਦੋਂ ਕੋਲ ਸਮਝ ਆਉਂਦੀ ਹੈ, ਸਿਆਣਪ ਆਉਂਦੀ ਹੈ। ਥੋੜ੍ਹਾ ਜਿਹਾ ਮੈਂ ਸਮਾਂ ਇੱਥੇ ਲੈਣਾ ਚਾਹੁੰਦਾ, ਕਿਉਂਕਿ ਜੇ ਆਪਾਂ ਤੂਕ ਮਾਤਰ ਗੱਲ ਕਰਾਂਗੇ ਨਾ ਤੇ ਗੱਲ ਸਮਝ ਨਹੀਂ ਆਉਣੀ। ਤੇ ਮੈਂ ਨਹੀਂ ਚਾਹੁੰਦਾ ਕਿ ਵੀ ਤੂਕ ਮਾਤਰ ਗੱਲ ਕਰਕੇ ਮੈਂ ਡੰਗ ਟਪਾ ਕੇ ਤੁਰ ਪਵਾਂ। ਪਹਿਲੇ ਪੈਰ ਧੰਦੇ ਗਿਆ। ਪਹਿਲਾ ਪੈਰ ਕਿਹੜਾ ਹੈ? ਸਭ ਕਹਿੰਦੇ ਪਹਿਲੀ ਜਿਹੜੀ ਜਵਾਨੀ ਦਾ ਦੌਰ ਸੀ, ਜਿਹਦੇ ਵਿੱਚ ਤਾਕਤ ਸੀ, ਕੋਲ ਹੱਥ ਦੇ ਵਿੱਚ ਬਾਜੂਆਂ ਦੀ ਤਾਕਤ ਸੀ, ਕਹਿੰਦੇ ਉਹ ਧੰਦਿਆਂ ਵਿੱਚ ਲਾ ਦਿੱਤੀ। ਮਿਹਨਤ ਕਰਨ ਵਿੱਚ ਐਨ ਖੋਤੇ ਵਾਂਗੂ ਦਿਨ ਰਾਤ ਮਿਹਨਤ ਕਰ ਕਰਕੇ ਪੈਸਾ ਇਕੱਠਾ ਕਰਦਾ ਰਿਹਾ। ਉਸ ਤੋਂ ਬਾਅਦ ਜਿਹੜਾ ਸਮਾਂ ਆਇਆ, ਦੂਜਾ ਭਰ ਸੋਇਆ। ਹੁਣ ਜੋ ਉਹ ਪਦਾਰਥ ਕਮਾਏ ਨੇ, ਉਸ ਮਾਇਆ ਦੇ ਮੋਹ ਦੇ ਨਸ਼ੇ ਦੇ ਵਿੱਚ ਸੁੱਤਾ ਪਿਆ। ਚੇਤਾ ਹੀ ਕੁਝ ਨਹੀਂ। ਐਸੀ ਦਿਮਾਗ ਦੇ ਉੱਤੇ ਖੁਮਾਰੀ ਚੜ੍ਹੀ ਹੋਈ ਹੈ, ਹੰਕਾਰ ਚੜ੍ਹਿਆ ਹੋਇਆ ਹੈ। ਹੁਣ ਕਹਿੰਦਾ ਦੁਨੀਆ ਮੇਰੇ ਨਾਮ ਨੂੰ ਜਾਣੂ ਕਰੇ, ਦੁਨੀਆ ਮੇਰੇ ਨਾਮ ਤੋਂ ਜਾਣੂ ਹੋਵੇ। ਹੁਣ ਉਸ ਮਾਇਆ ਦੇ ਮੋਹ ਦੇ ਨਸ਼ੇ ਦੇ ਵਿੱਚ ਰੱਜ ਕੇ ਸੁੱਤਾ ਪਿਆ। ਤੀਜਾ ਝੱਖ ਝਖਾਇਆ। ਹੁਣ ਤੀਜੇ ਪੈਰ ਜਦੋਂ ਪਹੁੰਚਿਆ ਨਾ, ਹੁਣ ਭੋਗਦਾ ਹੈ ਉਹਨਾਂ ਪਦਾਰਥਾਂ ਨੂੰ, ਸੋਚਦਾ ਹੈ ਕਿ ਇਹ ਮੈਨੂੰ ਭੋਗਣ ਵਾਸਤੇ ਮਿਲਣਗੇ। ਹੁੰਦਾ ਕੀ ਹੈ, ਅੱਗੇ ਦੇ ਪੁੱਤ ਜਵਾਨ ਹੋ ਜਾਂਦੇ ਨੇ। ਹੁਣ ਜੋ ਕੁਝ ਕਮਾਇਆ, ਜੋ ਕੁਝ ਇਕੱਠਾ ਕੀਤਾ, ਪੁੱਤਰਾਂ ਦੇ ਨਾਂ ਤੇ ਲਿਖਾ ਦਿੱਤਾ। ਹੁਣ ਪੁੱਤਾਂ ਨੇ ਚੁੱਕ ਕੇ ਘਰੋਂ ਬਾਹਰ ਸੁੱਟ ਦਿੱਤਾ। ਭਾਈ ਆ ਹੁਣ ਤੇਰਾ ਨਹੀਂ, ਹੁਣ ਸਾਡਾ ਹੈ। ਚੌਥੇ ਭੋਰ ਪਿਆ। ਫਿਰ ਅੱਖ ਖੁੱਲੀ। ਜਦੋਂ ਇਹ ਸਭ ਕੁਝ ਇਕੱਠਾ ਕਰਕੇ, ਜਦੋਂ ਸਭ ਕੁਝ ਕੋਲ ਨਾ ਰਿਹਾ, ਹੁਣ ਅੱਖਾਂ ਖੁੱਲ ਗਈਆਂ ਨੇ। ਹੁਣ ਅੱਖਾਂ ਖੁੱਲ ਗਈਆਂ ਨੇ। ਹੁਣ ਕਹਿੰਦਾ ਵਾ, ਜੇ ਨਾ ਉਦੋਂ ਇਹ ਕਰਮ ਕੀਤੇ ਹੁੰਦੇ, ਇਹ ਤੇ ਨਾ ਹਾਲ ਹੁੰਦਾ। ਪਰ ਕਹਿੰਦੇ ਹੁਣ ਤਾਕਤ ਨਹੀਂ ਕੋਲ, ਹੁਣ ਜਵਾਨੀ ਦੀ ਸੇਵਾ ਕਰਨ ਦੀ ਭਾਵਨਾ ਨਹੀਂ ਕੋਲ, ਹੁਣ ਸਰੀਰ ਦੇ ਵਿੱਚ ਉਹ ਸ਼ਕਤੀ ਨਹੀਂ ਕੋਲ। ਹੁਣ ਪਛਤਾਉਂਦਾ ਹੈ। ਹੁਣ ਬੁਢੇਪੇ ਦੇ ਵਿੱਚ ਮੌਤ ਜਿਹੜੀ ਹੈ ਕੂਕਦੀ ਪਈ ਹੈ, ਹੱਡ ਕੜਕਦੇ ਪਏ ਨੇ, ਤੇ ਹੁਣ ਨਿਤ ਪਰੇਸ਼ਾਨੀ ਦੇ ਵਿੱਚ ਲੰਘ ਰਿਹਾ ਹੈ। ਕਦ ਹੀ ਚਿਤ ਨਾ ਆਇਓ, ਜਿਨ ਜੀਓ ਪਿੰਡ ਦਿੱਤਾ, ਜਿਨ ਜੀਓ ਪਿੰਡ ਦੀਆ,
ਸਾਹਿਬ ਕਹਿੰਦੇ जिस प्रभु परमात्मा ने इस नूं जिंद दिती सी ना, इनू शरीर दिता सी, सारी उम्र इन्हें चेते नहीं किया उस निरंकार ने। हुण कूकदा है, तड़फदा है, याद करदा है परमात्मा नूं, ते मुख दे विचों भी हुण बचन नहीं निकलदे। किवें? नैनो नीर भय तन खीना, भय केस दुधवानी, रुद्धा कंठ शब्द नहीं उचरै, अब क्या करे प्राणी। साध संगत को वारिया, जियो किया कुर्बान। सब कहते हे नानक, मैनू ते ये गल समझ पै गई है, ते मैं ते अपने आप नूं सतगुरु जी तो सदके कर दिता है। ये जिहड़ी तुसी इतिहास सुनाया ना सतगुरु पंचम पातशाह जी, आ जिहड़ी मनुख दे जीवन की यात्रा तुसी साडियां अखां दे सामने रखी है बिल्कुल हकीकी सच आ। जिहड़े मनुख मन दियां मोह दियां पदार्थां दे पिछे तुरे, जीवन दियां लालसावां नूं कमाउण दे पिछे तुरे, विकारी दुनिया दे विच माया दी धन दौलत इकट्ठी करन वास्ते हर एक षड्यंत्र कुकर्म करते रहे, माड़े काम करते रहे। अंत वेले उन्हां दा हाल यही होया कि ना उन्हां नूं रहण वास्ते घर मिलिया, ना उन्हां नूं भोगण वास्ते पदार्थ मिले। फिर धाहां मार मार के रोंदे बिलकदे ने, तड़फदे ने, कोई साडी बांह फड़े। उदों फिर बिरध आश्रमां दे विच जीवन जिउणा पैंदा है। हे पातशाह जी, आ जिहड़ा तुसीं नक्शा खिच्चिआ ना मनुख दे जीवन दा, मैनूं ते समझ आ गया है। पंचम पातशाह कहंदे साध संगत को वारिया। मैं ते हुणे ही इसे समय ही अपने गुरु जी की संगत तो सदके जाना है, अपने गुरु की संगत करदा है। जियो किया कुर्बान, ते अपनी जिंद, अपना जी, अपना मन सतगुरु जी नूं कुर्बान कर दिता, गुरु के हवाले कर दिता है। जिस ते सोजी मन पई, आखिरी बचन ने बड़े भावपूर्वक ध्यान देना। हुण सतगुरु दे कोलों गुरु जी दे ज्ञान दे नाल ये सोझी पै गई है मन च, ये समझ आ गई है मन च। मिलिया पुरख सुजान, मैं धन्नवादी हाँ, कोटान कोटान शुक्रगुजार हाँ अपने सच्चे पातशाह दा कि मैनू इस जीवन दे विच ही अकाल पुरख वाहिगुरु सच्चा पुरख मेरे सच्चे गुरु ने मैनू मिला दिता है। नानक डिठा सदा नाल, हर अंतर जामी जान। हे नानक, हुण अंतरजामी सुजान परमात्मा सतगुरु जी की संगत दे नाल, गुरबाणी गुरु विचार की संगत नाल, गुरु के बचनों की कमाई दे नाल हुण ये समझ आ गई है कि प्रीतम परमात्मा अंतरजामी जो घट घट दे दिलां दियां जानन वाला, वो सदा नाल रहिंदा है, अंग संग रहिंदा है। मेरे अंग संग आ, हुण उहदे नाल प्रीत बन गई है। हे सतगुरु जी, तुसीं अज दे शब्द विच जिहड़ी ये कहानी सानू समझाई आ ना, किवें मनुख अपनी जिंदगी दे विच इस संसार नूं सच मन बैठा है, आया है प्राहुणा बन के, ते इत्थे बैठ के पसारा कर बैठा है, ते सोचदा ये है कि मैनू नहीं हुण कुछ होना। सतगुरु जी ने उदाहरणां दे के फिर बाकी शब्दां विच गल समझाई है कि वेख, तेरे आले दुआले खेतां नूं वेखिया कर, किते हरे भरे ने, किते अध पक्के ने, किते पक्के होए ने। किते उस खेती नूं पुछ के वेख कि तुसीं सदीवी हो, ते वो फसल जवाब देवेगी साडी मर्जी नहीं चलनी, ये ते साडे मालक किसान दी मर्जी है। वो भावें सानू हरी भरी नूं वढ दवे, भावें साडी अध पक्की वढ लवे, भावें सानू पका के वढ लवे, ये मर्जी साडे किसान रूपी मालक दी है। सब कहंदे इवें ही परमात्मा रूपी मालक दी मर्जी है। वो भावें बुढ़ेपे च लै जावे, ते भावें बचपन च लै जावे, ते भावें जवानी च लै जावे। ये दावा नहीं कि बुढ़ेपे दे विच ही मौत आवेगी। फिर इस करके समझ जा, अगियानी मनुख समझ जा, अपने जीवन नूं सच दे रस्ते ते तोर। जवानी इन्हां बच्चियां नूं खड़े करन विच लगा दित्ती है।
ਧਨ ਦੌਲਤ ਪੈਸੇ ਇਕੱਠੇ ਕਰਦਿਆਂ ਲਗਾ ਦਿੱਤੀ ਹੈ। ਤੇ ਜਦੋਂ ਇਹਨਾਂ ਪਦਾਰਥਾਂ ਨੂੰ ਭੋਗਣ ਦਾ ਸਮਾਂ ਆਇਆ, ਜਿਸ ਅਹੰਕਾਰ ਤੇ ਲਾਲਚ ਦੇ ਵਿੱਚ ਜਿਨ੍ਹਾਂ ਲੋਕਾਂ ਦੇ ਹੱਕ ਮਾਰ ਮਾਰ ਕੇ ਇਹ ਖੂਨ ਪਸੀਨੇ ਦੀ ਕਮਾਈ ਲੋਕਾਂ ਦਾ ਹੱਕ ਮਾਰ ਕੇ ਇਕੱਠੀ ਕਰਦਾ ਰਿਹਾ, ਝੂਠ ਬੋਲ ਕੇ ਇਕੱਠੀ ਕਰਦਾ ਰਿਹਾ, ਤੇਰੇ ਬੱਚਿਆਂ ਨੇ ਤੇਰੇ ਸਾਹਮਣੇ ਤੈਨੂੰ ਉਹ ਵੇਖਿਆ। ਜਦੋਂ ਤੇਰਾ ਸਮਾਂ ਸੀ ਬਹਿ ਕੇ ਖਾਣ ਦਾ, ਤੇਰੇ ਪੁੱਤਰਾਂ ਨੇ ਤੈਨੂੰ ਘਰੋਂ ਬਾਹਰ ਕੱਢ ਦਿੱਤਾ। ਹੁਣ ਪਿੱਟਦਾ ਹੈ, ਹੁਣ ਜ਼ਿੰਦਗੀ ਦੀ ਸੱਚਾਈ ਸਾਹਮਣੇ ਆਉਂਦੀ ਹੈ। ਹੁਣ ਕਹਿੰਦਾ, ਹੇ ਰੱਬਾ ਤੂੰ ਮੇਰੇ ਨਾਲ ਖਲੋ। ਪਰਮਾਤਮਾ ਕਹਿੰਦਾ, ਮੈਂ ਤੇ ਤੇਰੇ ਨਾਲ ਹੀ ਹਾਂ, ਤੇਰੇ ਅੰਗ ਸੰਗ ਹਾਂ, ਪਰ ਤੈਨੂੰ ਇਹ ਅਹਿਸਾਸ ਕਰਾਉਣਾ ਚਾਹੁੰਦਾ। ਤੈਨੂੰ ਕਹਿੰਦੇ ਰਹਿ ਰੋਜ਼ ਚੇਤੇ ਕਰ, ਸੱਚ ਦੇ ਰਸਤੇ ਤੇ ਤੁਰ, ਆਪਣੇ ਬੱਚਿਆਂ ਨੂੰ ਚੰਗੇ ਸੰਸਕਾਰ ਦੇ, ਚੰਗੇ ਕੰਮ ਕਰ। ਤੂੰ ਕੀਤੇ ਕੋਈ ਨਹੀਂ, ਤੂੰ ਮੰਦ ਕਰਮ ਲਿਖਦਾ ਰਿਹਾ। ਰਾਹੋਂ ਦੀਆਂ ਪੰਕਤੀਆਂ ਪੜ੍ਹੀਆਂ ਨਾ, ਤੂੰ ਪੂਰਬ ਤੋਂ ਮੁੱਢ ਤੋਂ ਮੰਦੇ ਕਰਮ ਲਿਖਦਾ ਰਿਹਾ, ਗੁਰੂ ਦੇ ਬਚਨ ਨਹੀਂ ਤੂੰ ਕਮਾਏ। ਉਹ ਜਿਹੜੇ ਮੰਦੇ ਕੰਮ ਤੂੰ ਲਿਖੇ ਆ ਨਾ, ਉਹ ਹੁਣ ਤੈਨੂੰ ਭੋਗਣੇ ਪੈ ਰਹੇ ਨੇ। ਸਮਝ ਜਾ। ਸਾਹਿਬ ਆਖਰੀ ਪੰਕਤੀ 'ਚ ਕਹਿੰਦੇ, ਹੇ ਮੇਰੇ ਅਕਾਲ ਪੁਰਖ ਜੀ, ਹੇ ਮੇਰੇ ਸੱਚੇ ਗੁਰੂ ਜੀ, ਮੈਂ ਕੁਰਬਾਨ ਜਾਨਾ ਕਿ ਤੁਸੀਂ ਮੇਰੇ ਸੱਚੇ ਗੁਰੂ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਨਾਲ ਮੈਨੂੰ ਮਿਲਾ ਦਿੱਤਾ ਹੈ। ਜਿਨ੍ਹਾਂ ਨੇ ਸਮਝ ਦੇ ਦਿੱਤੀ ਹੈ ਪਰਮਾਤਮਾ ਤੇਰੇ ਨਾਲ ਵੱਸਦਾ ਹੈ। ਹੁਣ ਹਰ ਵਕਤ ਅਰਦਾਸ ਇਹੀ ਹੈ ਕਿ ਇਹਨਾਂ ਹੱਥਾਂ ਤੋਂ, ਇਹਨਾਂ ਪੈਰਾਂ ਤੋਂ, ਇਸ ਹਿਰਦੇ ਤੋਂ ਚੰਗੇ ਕੰਮ ਸੋਚਾਂ, ਚੰਗੇ ਕੰਮ ਕਰਾਂ, ਅਪਰਾਧੀ ਜੀਵਨ ਜਿਉਣ ਦੀ ਬਜਾਏ ਧਰਮੀ ਜੀਵਨ ਜੀਵਾਂ, ਤਾਂ ਹੀ ਸਤਿਗੁਰੂ ਦੀ ਕਿਰਪਾ ਦੇ ਪਾਤਰ ਬਣਾਂਗੇ। ਸੋ ਅੱਜ ਦੇ ਪਾਵਨ ਸ਼ਬਦ ਵਿੱਚ ਸਤਿਗੁਰੂ ਜੀ ਨੇ ਸੰਸਾਰ ਦਾ ਪੂਰਾ ਨਕਸ਼ਾ ਸਾਡੇ ਸਾਹਮਣੇ ਰੱਖ ਦਿੱਤਾ ਹੈ। ਹੁਣ ਇਹ ਆਪਾਂ ਵਿਚਾਰਨਾ ਹੈ ਕਿ ਅਸੀਂ ਕੈਸਾ ਜੀਵਨ ਜਿਉਣਾ ਹੈ। ਸੋ ਸਤਿਗੁਰੂ ਕਿਰਪਾ ਕਰਨ। ਮੈਂ ਅਕਸਰ ਬੇਨਤੀ ਕਰਦਾ, ਬੜੀ ਸੋਚ ਸਮਝ ਕੇ ਖਿੱਚ ਕੇ ਕੋਸ਼ਿਸ਼ ਕਰਦਾ ਕਿ ਸਮੇਂ ਦਾ ਪੈਮਾਨੇ ਵਿੱਚ ਰਹਿ ਕੇ ਗੱਲ ਕੀਤੀ ਜਾਵੇ, ਕਿਉਂਕਿ ਸ਼ਬਦ ਦੀ ਜਿਹੜੀ ਚਾਲ ਆ ਨਾ, ਸ਼ਬਦ ਬੜੇ ਡੂੰਘੇ ਨੇ, ਬੜੀ ਫਿਲਾਸਫੀ ਹੈ ਗੁਰੂ ਸ਼ਬਦਾਂ ਦੇ ਵਿੱਚ। ਅੱਜ ਮੈਂ ਥੋੜ੍ਹੀ ਚਲੰਤ ਕੋਸ਼ਿਸ਼ ਕੀਤੀ ਸੀ ਕਿ ਸਮੇਂ ਦੀ ਬੰਦਸ਼ ਵਿੱਚ ਰਹਿ ਕੇ ਗੱਲ ਕੀਤੀ ਜਾਵੇ, ਪਰ ਤਾਂ ਵੀ 45 ਮਿੰਟ ਹੋ ਹੀ ਜਾਂਦੇ ਨੇ। ਸੋ ਮੈਂ ਮਾਫੀ ਚਾਹੁੰਦਾ। ਕੋਸ਼ਿਸ਼ ਅੱਗੇ ਤੋਂ ਵੀ ਇਹ ਕੀਤੀ ਜਾਵੇਗੀ ਕਿ ਵੱਧ ਤੋਂ ਵੱਧ ਗੁਰਮਤਿ ਦੀ ਬਾਤ ਤੁਹਾਡੇ ਤੱਕ ਪਹੁੰਚਾਈ ਜਾਵੇ, ਕਿਉਂਕਿ ਕਈ ਵਾਰੀ ਜਿਹੜੇ ਸ਼ਬਦ ਦਾ ਉਚਾਰਨ ਪੱਖ ਆ ਨਾ, ਉਹ ਮੇਰੀ ਜੀਭਾ 'ਤੇ ਕਈ ਵਾਰੀ ਇਹੋ ਜਿਹਾ, ਕਿਉਂਕਿ ਹਮੇਸ਼ਾ ਹਰ ਇੱਕ ਮਨੁੱਖ ਦੇ ਬੋਲ ਉਚਾਰਨ ਦਾ ਤਰੀਕਾ ਡਿਫਰੈਂਟ ਆ, ਅਤੇ ਉਹ ਕਈ ਵਾਰੀ ਨਹੀਂ ਪਕੜ 'ਚ ਆਉਂਦਾ। ਮੈਂ ਮਾਫੀ ਚਾਹੁੰਦਾ ਉਚਾਰਨ ਪੱਖ ਤੋਂ, ਵਿਚਾਰਨ ਪੱਖ ਤੋਂ। ਆਪ ਗੁਰੂ ਜੀ ਕੇ ਪਿਆਰੀਆਂ ਗੁਰੂ ਕੀਆਂ ਸੰਗਤਾਂ ਰੱਬ ਰੂਪ ਨੇ। ਆਪਾਂ ਰਲ ਮਿਲ ਕੇ ਸਿੱਖਣਾ ਹੈ ਕਿ ਕਿਵੇਂ ਆਪਾਂ ਗੁਰੂ ਮੱਤ 'ਤੇ ਤੁਰੀਏ। ਜ਼ਰੂਰ ਆਪਣੇ ਵੀਰ ਨੂੰ ਦੱਸਿਆ ਕਰੋ, ਜੇ ਮੇਰੇ ਕੋਲੋਂ ਕੋਈ ਬਾਣੀ ਦੀ ਗੱਲ ਕਰਦੇ ਹਾਂ, ਵਿਚਾਰ ਕਰਦੇ ਹਾਂ, ਕਿਤੇ ਲੱਗ ਮਾਤ ਦੀ ਵੀ ਗਲਤੀ ਹੋਵੇ ਤਾਂ ਮੈਨੂੰ ਮਾਫ ਕਰ ਦਿਓ, ਪਰ ਮੈਨੂੰ ਦੱਸਿਓ ਜ਼ਰੂਰ। ਜੇ ਤੁਸੀਂ ਮੇਰੇ ਨਾਲ ਪਿਆਰ ਕਰਦੇ ਹੋ, ਜੇ ਮੇਰੇ ਸ਼ੁਭ ਚਿੰਤਕ ਹੋ, ਤੇ ਮੇਰੀਆਂ ਗਲਤੀਆਂ ਨੂੰ ਜ਼ਰੂਰ ਨਿਖੇਰਿਓ, ਤਾਂ ਕਿ ਤੁਸੀਂ ਸਰੋਤੇ ਹੋ, ਪਿਆਰ ਨਾਲ ਸੁਣਦੇ ਹੋ। ਧੰਨਵਾਦ। ਹੋਈਆਂ ਭੁੱਲਾਂ ਗਲਤੀਆਂ ਦੀ ਮਾਫੀ ਬਖਸ਼ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।